श्री वाहिगुरु साहिब जी। मेर लहु दयाल टह पए दवारिया, रख ले बहु दीन दयाल। रमत बहु हारिया, भगत वत्सल तेरा बिरद, हर पतत उदारिया। तुझ बिन नाही कोय, बिना मोहे सारिया। कर गह लिहो दयाल, सागर संसारिया। मैं गरीब सच टेक तू, मेरे सतगुर पूरे। देख तुम्हारा दर्शनो, मेरा मन धीरे। कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम श्री वाहिगुरु साहिब जी। एक दू जीबाओ लख होहे, लख होवहे लख वीस। लख लख गेड़ा आखियह, एक नाम जगदीश। एक दूजी पाओ लख होहे, लख होवहे लख वीस। लख लख गेड़ा आखियह, एक नाम जगदीश। एत राहे पत पवड़िया, चढ़िया होए 21। सुन गल्ला आकाश की, कीटा आई रीस। नानक नदरी पाईऐ, कूड़ी कूड़ा ठीस। सुन गल्ला आकाश की, कीटा आई रीस। नानक नदरी पाईऐ, कूड़ी कूड़ा ठीस। वाहिगुरु जी का खालसा, वाहिगुरु जी की फतेह। सच्चे पातशाह धन साहिब श्री गुरु ग्रंथ साहिब जी महाराज, सतगुरु जी की किरपा रहमत सदका लम्मे समय तो बाद तकरीबन 1 महीने तो उत्ते 1.5 महीने का समा तकरीबन ਆਪਾਂ फिर संथ्या की क्लास विच इकट्ठे होए हाँ। सच्चे पातशाह जी की पवित्र बाणी दे अर्थ बोध नूं जिथे आप प्राप्त कर रहे हो, वड्डियां भागां वाले वो जीव हुंदे आ जिन्हां नूं सतगुरु जी की पवित्र बाणी दे अर्थ सुनने का प्रेम जागदा अते गुरबाणी दे शुद्ध पढ़न की प्रीत लगती है। क्योंकि उम्र वड्डी हो जाती है ते फिर मेहनत नहीं उन्नी हुंदी ते
ਅੱਖਰ ਵੀ ਨਹੀਂ ਸਿੱਖੇ ਜਾਂਦੇ, ਪਰ ਜੇ ਲੋੜ ਹੋਵੇ ਤਾਂ ਫਿਰ ਮਨੁੱਖ ਸਿੱਖ ਜਾਂਦਾ। ਉੱਦਾਂ ਜਿਵੇਂ ਉਹਦੀ ਉਦਾਹਰਨ ਹੈ, ਇੱਥੇ ਫਰੀਮਾਉਂਟ ਦੇ ਵਿੱਚ ਕੋਈ ਬਜ਼ੁਰਗ ਸੀਗੇ ਗੁਰਮੁਖ ਪਿਆਰੇ, ਤੇ ਉਹ ਕਹਿੰਦੇ ਸੀਗੇ ਕਿ ਬਾਬਾ ਜੀ ਇਹ ਕਹਿੰਦੇ ਆ, ਕਈ ਬਹਾਨਾ ਲਾਉਂਦੇ ਆ ਕਿ ਅਸੀਂ ਹੁਣ ਉਮਰ ਵੱਡੀ ਹੋ ਗਈ, ਸਾਨੂੰ ਬਾਣੀ ਪੜ੍ਹਨੀ ਨਹੀਂ ਆ ਸਕਦੀ, ਅਸੀਂ ਸਿੱਖੀਏ ਵੀ ਸਾਡੇ ਕੋਲੋਂ ਸਿੱਖੀ ਨਹੀਂ ਜਾਂਦੀ। ਤੇ ਉਹਨਾਂ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ, ਕਹਿੰਦੇ ਕਿ ਅਸੀਂ ਉਹਨਾਂ ਸਕੂਲਾਂ ਵਿੱਚ ਬਿਲਕੁਲ ਕੋਈ, ਜਦੋਂ ਅਸੀਂ ਪੜ੍ਹੇ ਇੰਗਲਿਸ਼ ਨਹੀਂ ਪੜ੍ਹਾਈ ਗਈ, ਪਰ ਕਹਿੰਦੇ ਇਹਨਾਂ ਦੇਸ਼ਾਂ 'ਚ ਆ ਕੇ ਇੰਨੀ ਵੱਡੀ ਉਮਰ 'ਚ ਵੀ ਅਸੀਂ ਇੰਗਲਿਸ਼ ਬੋਲਣੀ ਕਿੱਦਾਂ ਸਿੱਖ ਜਾਂਦੇ ਹਾਂ ਜਦੋਂ ਸਾਡੀ ਭਾਸ਼ਾ ਵੀ ਹੈ ਨਹੀਂ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਜੇ ਕੰਮ ਤੇ ਜਾਣਾ, ਜੇ ਕਿਸੇ ਡਾਕਟਰ ਕੋਲ ਜਾਣਾ, ਜੇ ਕਿਸੇ ਵੀ ਥਾਂ ਤੇ ਕੋਈ ਤੁਹਾਨੂੰ ਲੋੜ ਪੈਂਦੀ ਹੈ ਤਾਂ ਤੁਹਾਨੂੰ ਇੰਗਲਿਸ਼ ਬੋਲਣੀ ਪੈਣੀ ਹੈ। ਇਸ ਕਰਕੇ ਲੋੜ ਕਰਕੇ, ਫਿਰ ਮਾਇਆ ਦੇ ਲਾਭ ਕਰਕੇ, ਕਿਉਂਕਿ ਕੰਮ ਤੇ ਜਾਈਏ ਤੇ ਫਿਰ ਇੰਗਲਿਸ਼ ਬੋਲਣੀ ਆਉਂਦੀ ਹੋਵੇ ਥੋੜ੍ਹੀ ਬਹੁਤੀ, ਤਾਂ ਫਿਰ ਉਹ ਛੇਤੀ ਕੰਮ ਤੇ ਲੈ ਲੈਂਦੇ ਆ, ਨਹੀਂ ਤੇ ਔਖਾ ਹੁੰਦਾ, ਪੈਸੇ ਵੀ ਘੱਟ ਦਿੰਦੇ ਆ। ਇਸ ਤਰ੍ਹਾਂ ਥੋੜ੍ਹਾ ਦੱਸਦੇ ਸੀ ਉਹ, ਤੇ ਕਹਿੰਦੇ ਕਿ ਸਾਡੀ ਭਾਸ਼ਾ ਨਹੀਂ ਤੇ ਫਿਰ ਵੀ ਇੰਗਲਿਸ਼ ਸਿੱਖ ਜਾਂਦੇ ਆ। ਉਹ ਕਿਉਂਕਿ ਕਹਿੰਦੇ ਉਹ ਲੋੜ ਵਾ ਤੇ ਮਾਇਆ ਦਾ ਲਾਭ ਹੈ। ਗੁਰਬਾਣੀ ਇਸ ਕਰਕੇ ਨਹੀਂ ਸਿੱਖੀ ਜਾਂਦੀ, ਤੇ ਨਾ ਤਾਂ ਅਸੀਂ ਲੋੜ ਸਮਝਦੇ ਹਾਂ, ਨਾ ਕੋਈ ਮਾਇਆ ਦਾ ਲਾਭ ਸਮਝਦੇ ਹਾਂ, ਤੇ ਨਾ ਹੀ ਪ੍ਰੇਮ ਹੈ। ਇਸ ਕਰਕੇ ਸੋਚਦੇ ਹਾਂ ਵੀ ਨਹੀਂ ਸਿੱਖੀ ਜਾਣੀ। ਪਰ ਜਦੋਂ ਪ੍ਰੇਮ ਜਾਗ ਪੈਂਦਾ ਨਾ, ਫਿਰ ਮਹਾਰਾਜ ਸਾਹਿਬ ਜੀ ਨੇ ਉਹ ਬਚਨ ਕਹੇ ਆ, ਜਿੱਦਾਂ ਫਰੀਦ ਜੀ ਨੇ ਬਚਨ ਕਹੇ ਸੀ ਨੇ ਪਹਿਲਾਂ, ਤੇ ਉਹਦੇ ਸੰਵਾਦ 'ਚ ਗੁਰੂ ਅਮਰਦਾਸ ਸਾਹਿਬ ਜੀ ਨੇ ਉੱਤਰ ਦਿੱਤਾ ਹੈ। ਫਰੀਦ ਜੀ ਨੇ ਕਿਹਾ ਕਿ ਫਰੀਦਾ, ਕਾਲੀ ਜਿੰਨੀ ਨਾ ਰਾਵਿਓ, ਧੌਲੀ ਰਾਵੈ ਕੋਏ। ਤੇ ਉਹ ਫਰੀਦ ਜੀ ਕਹਿੰਦੇ ਜਿਨ੍ਹਾਂ ਨੇ ਭਾਈ ਜਵਾਨੀ 'ਚ ਨਹੀਂ ਵਾਹਿਗੁਰੂ ਦਾ ਨਾਮ ਜਪਿਆ, ਤੇ ਉਹ ਧੌਲੀ ਜਦੋਂ ਦਾੜੀ ਹੋ ਗਈ, ਭਾਵ ਧੌਲੇ ਕੇਸ ਹੋ ਗਏ ਚਿੱਟੇ, ਬਿਰਧ ਅਵਸਥਾ, ਉਦੋਂ ਹੀ ਵਾਹਿਗੁਰੂ ਦਾ ਨਾਮ ਜਪ ਲਏ। ਤੇ ਮਹਾਰਾਜ ਫਿਰ ਕਿਹਾ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ, ਆਪਣਾ ਲਾਇਆ ਪਿਰਮ ਨਾ ਲੱਗਈ, ਜੈ ਭਾਵੈ ਤੈ ਦੇ। ਇਹੋ ਪਿਰਮ ਪਿਆਲਾ ਖਸਮ ਕਾ। ਮਹਾਰਾਜ ਨੇ ਕਿਹਾ ਇਹ ਪਿਆਰ ਦਾ ਪਿਆਲਾ ਵਾਹਿਗੁਰੂ ਦੇ ਹੱਥ ਹੈ, ਜਿਹਨੂੰ ਵਾਹਿਗੁਰੂ ਚਾਹੇ ਉਹ ਦੇ ਦਿੰਦਾ। ਤੇ ਜਵਾਨੀ 'ਚ ਵੀ, ਬਿਰਧ ਅਵਸਥਾ 'ਚ ਵੀ ਵਾਹਿਗੁਰੂ ਸਦਾ ਹੀ ਹੈ, ਜੇ ਕੋਈ ਚਿੱਤ ਕਰੇ। ਜੇ ਕੋਈ ਚਿੱਤ ਵਿੱਚ ਪਿਆਰ ਲਾ ਲਵੇ ਤਾਂ ਉਹਨੂੰ ਸ਼ੁੱਧ ਬਾਣੀ ਪੜ੍ਹਨ ਦੀ ਜਾਚ ਆ ਸਕਦੀ ਹੈ। ਤੇ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਸੰਥਿਆ ਸਾਡੀ ਚੱਲ ਰਹੀ ਸੀ, ਤੇ ਵੇਖੋ ਨਿਰੰਕਾਰ ਨੂੰ ਕੀ ਪਾਉਂਦਾ, ਵਾਹਿਗੁਰੂ ਜੀ ਦੇ ਹੁਕਮ 'ਚ ਕਿਵੇਂ ਹੈ। ਆਪਾਂ ਸੋਚਦੇ ਸਾਂ ਦਿਨ ਪਰ ਦਿਨ ਰੋਜ਼ ਇੱਕ ਪੌੜੀ ਹੋ ਰਹੀ ਹੈ, ਤੇ ਥੋੜੇ ਦਿਨਾਂ ਤੱਕ ਹੁਣ ਜਪਜੀ ਸਾਹਿਬ ਜੀ ਦਾ ਭੋਗ ਪਵੇਗਾ, ਪਰ 32ਵੀਂ ਪੌੜੀ ਦੀ ਕਥਾ ਹੋਈ ਸੀ। ਤੇ ਉਸ ਦਿਨ ਤਕਰੀਬਨ 2 ਦਿਨ ਪਹਿਲਾਂ ਹੀ ਮੇਰਾ ਸਰੀਰ ਬਹੁਤ ਜ਼ਿਆਦਾ ਢਿੱਲਾ ਹੋ ਗਿਆ ਸੀ, ਬਹੁਤ ਜ਼ਿਆਦਾ। ਪਰ ਹੱਠ ਕਰਕੇ ਮੈਂ ਜਿਹੜੇ ਸੀ ਆਪਣੇ ਤਖ਼ਤ ਸਾਹਿਬ ਤੇ ਵੀ ਕਥਾ ਦੀ ਹਾਜ਼ਰੀ ਭਰੀ ਜਾਂਦਾ ਪਿਆ ਸੀ, ਕਿਉਂਕਿ ਮੈਂ ਸੋਚਦਾ ਸਾਂ ਬੁਖਾਰ ਹੈ ਤੇ ਚਲੋ ਉਤਰ ਜਾਏਗਾ ਹਨਾ। ਤੇ ਪਰ ਉਹ ਬੁਖਾਰ ਨੇ ਮੇਰੇ ਸੈੱਲ ਡਾਊਨ ਹੋਣ ਕਰਕੇ ਮੈਨੂੰ ਜ਼ਿਆਦਾ ਵੀਕਨੈਸ ਹੋ ਗਈ। ਤੇ ਇਸ ਦਿਨ ਜਦੋਂ ਇਹ ਪੌੜੀ ਦੀ ਕਥਾ ਸੰਥਿਆ ਆਪਾਂ ਕੀਤੀ ਹੈ, ਤੇ ਬਹੁਤ ਹੀ ਜ਼ਿਆਦਾ ਸਰੀਰ ਨਿਢਾਲ ਸੀਗਾ, ਤੇ ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੰਪੂਰਨਤਾ ਕਰਾਈ। ਤੇ ਮਨ ਦਾ ਖਿਆਲ ਸੀ, ਮੈਂ ਭਾਈ ਸਾਹਿਬ ਜੀ ਨੂੰ ਵੀ ਬੇਨਤੀ ਕੀਤੀ ਸੀਗੀ ਕਿ ਆਪਾਂ 32ਵੀਂ ਪੌੜੀ ਜਿੱਥੇ ਆਪਾਂ ਕਥਾ ਛੱਡੀ ਹੈ ਸੰਥਿਆ, ਇਹਦੀ ਆਪਾਂ
ਦੁਬਾਰਾ ਕਥਾ ਸੰਥਿਆ ਜਿਹੜੀ ਉਹ ਆਪਾਂ ਕਰਾਂਗੇ। ਤੇ ਇਥੋਂ ਇਸ ਕਰਕੇ ਆਪਾਂ ਅੱਜ ਆਰੰਭ ਕੀਤੀ ਹੈ, ਭਾਵੇਂ ਇਹ ਪੌੜੀ ਹੋ ਚੁੱਕੀ ਹੈ, ਤੇ ਪਰ ਇਸ ਪੌੜੀ ਤੋਂ ਆਪਾਂ ਹੁਣ ਫਿਰ ਮਹਾਰਾਜ ਜੀ ਕਿਰਪਾ ਕਰਨ ਸਾਡਾ ਇੱਕ ਰਸ ਇਹ ਸੰਥਿਆ ਦਾ ਪ੍ਰਵਾਹ ਚੱਲਦਾ ਰਹੇ, ਤੇ ਸਤਿਗੁਰੂ ਜੀ ਆਪ ਮਿਹਰ ਕਰਕੇ ਜਿਹੜੀ ਹੈ ਸੰਪੂਰਨਤਾ ਬਖਸ਼ਣ। ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਜੀ, ਸਤਿਗੁਰਾਂ ਜੀ ਨੇ ਜਪਜੀ ਸਾਹਿਬ ਦੇ ਅੰਦਰ ਬ੍ਰਹਮ ਦੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ ਮਹਾਰਾਜ ਜੀ ਨੇ। ਇਹ 32ਵੀਂ ਪੌੜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਿੱਧਾਂ ਨੇ ਬੇਨਤੀ ਕਰਕੇ ਪੁੱਛਿਆ ਸੀ ਕਿ ਮਹਾਰਾਜ ਆਪ ਜੀ ਨੇ ਆਪਣੇ ਗੁਰਮਤ ਦੇ ਸਾਧਨ ਦੱਸੇ ਆ, ਜਿਹੜੇ ਪਿਛਲੀਆਂ ਪੌੜੀਆਂ ਵਿੱਚ ਆਪਾਂ ਸਰਵਣ ਕਰ ਰਹੇ ਹਾਂ, ਤੇ ਮਹਾਰਾਜ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਜਿਹੜੇ ਤੁਸੀਂ ਸਾਧਨ ਕਰਦੇ ਹੋ ਇਹ ਬੜੇ ਕਠਿਨ ਵਾ, ਤੇ ਇਹਨਾਂ ਸਾਧਨਾ ਕਰਕੇ ਵਾਹਿਗੁਰੂ ਦਾ ਪਿਆਰ ਨਹੀਂ ਲੱਗਦਾ। ਤੇ ਇਹਨਾਂ ਨੇ ਫਿਰ ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਕੋਈ ਸੁਖਾਲਾ ਸਾਧਨ ਸਾਨੂੰ ਦੱਸੋ, ਜਿਸ ਕਰਕੇ ਮਹਾਰਾਜ ਸਾਨੂੰ ਵੀ ਵਾਹਿਗੁਰੂ ਦਾ ਪਿਆਰ ਲੱਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਜਦੋਂ ਉਹਨਾਂ ਨੇ ਬੇਨਤੀ ਕੀਤੀ ਤੇ ਇਹ ਮਹਾਰਾਜ ਜੀ ਨੇ ਜਿਹੜਾ ਹੈ ਸੁੱਖ ਸਾਧਨ ਮਹਾਰਾਜ ਜੀ ਨੇ ਦੱਸਿਆ। ਤੇ ਜਾਂ ਕਿ ਪੁੱਛਦੇ ਆ ਸਿੱਧ, ਮਹਾਰਾਜ ਤੁਹਾਡਾ ਪਰਮੇਸ਼ਰ ਨਾਲ ਕਿੰਨਾ ਕੁ ਪਿਆਰ ਹੈ, ਤੇ ਜਾਂ ਮਹਾਰਾਜ ਨੂੰ ਪੁੱਛਦੇ ਆ ਕਿ ਮਹਾਰਾਜ ਸਾਡਾ ਕਿੰਨਾ ਕੁ ਪਿਆਰ ਹੋਣਾ ਚਾਹੀਦਾ ਹੈ। ਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ 7 ਭੂਮਿਕਾ ਦੁਆਰਾ ਇਹ ਗੁਰੂ ਸਾਹਿਬ ਜੀ ਨੇ ਦੱਸਦਿਆਂ ਹੋਇਆਂ ਕਿ ਮਹਾਰਾਜ ਜੀ ਨੇ ਪੌੜੀ ਉਚਾਰਨ ਕੀਤੀ ਹੈ। ਤੇ ਇਸ ਦੇ ਜਿਹੜੇ ਪਾਠ ਹੈ ਉਹ ਆਪਾਂ ਦੁਬਾਰਾ ਫਿਰ ਇੱਕ ਵਾਰੀ ਵਾਚੀਏ। ਇੱਕ ਦੂ ਜੀਬਾਓ ਲੱਖ ਹੋਏ। ਇਹ ਜੀ ਭਾਓ ਪਾਠ ਨਹੀਂ ਕਰਨਾ, ਕਿਉਂਕਿ ਭੱਬੇ ਨੂੰ ਕਨੌੜਾ ਲੱਗਣ ਕਰਕੇ ਤੇ ਜੀ ਭਾਓ ਪਾਠ ਕਈ ਪੜ੍ਹਦੇ ਆ, ਪਰ ਇਹਦਾ ਅਰਥ ਜਿਹੜਾ ਨਾ ਉਹ ਜੀਭ ਹੈ। ਤੇ ਫਿਰ ਕਹਿੰਦੇ ਆ ਜੀ ਬੱਬੇ ਦੀ ਸੁਰ ਨਿਕਲਦੀ ਆ ਇਹਦੇ ਵਿੱਚੋਂ, ਤੇ ਜਿਹੜਾ ਅੱਖਰ ਉਹ ਦੂਜੇ ਨੰਬਰ ਤੇ ਲੱਗਾ ਹੋਵੇ ਨਾ ਉਹਦੀ ਸੁੱਧ ਆਵਾਜ਼ ਨਹੀਂ ਰਹਿੰਦੀ। ਹੋਰ ਵੀ ਕਈ ਉਦਾਹਰਨਾਂ ਨੇ, ਅੱਗੇ ਸੰਥਿਆ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ। ਇਸ ਕਰਕੇ ਇਹਨੂੰ ਜੀ ਭਾਓ ਪਾਠ ਨਹੀਂ ਕਰਨਾ। ਇੱਕ ਦੂ ਜੀਬਾਓ ਲੱਖ ਹੋਏ, ਲੱਖ ਹੋਵਹਿ ਲੱਖ ਵੀਸ, ਜਮਕੀ ਹੋਹੇ ਤੇ ਲੱਗਣੀ। ਹੋਹੇ ਹੋ ਹੈ ਪਾਠ ਕਰਾਂਗੇ ਤਾਂ ਸਿਹਾਰੀ ਕੱਟੀ ਜਾਂਦੀ ਹੈ ਤੇ ਦਲਾਵਾਂ ਲੱਗ ਜਾਂਦੀਆਂ। ਹੋ ਹੈ ਨਹੀਂ, ਹੋਹੇ। ਇੱਕ ਦੂ ਜੀਬਾਓ ਲੱਖ ਹੋਹੇ, ਲੱਖ ਹੋਵਹਿ ਜਮਕੀ ਲੱਖ ਵੀਸ, ਫਿਰ ਪੰਕਤੀ ਸੰਪੂਰਨ ਹੁੰਦੀ। ਲੱਖ ਲੱਖ ਗੇੜਾ ਆਖੀ ਅਹੇ। ਅਹੇ ਪਾਠ ਜਿਹੜੇ ਨੇ ਅਹੇ, ਇਹ ਹਾਹੇ ਉਚਾਰਨ ਕਰਨੇ ਜ਼ਰੂਰ ਜਦੋਂ ਬੋਲ ਕੇ ਪਾਠ ਆਪਾਂ ਕਰਦੇ ਹਾਂ। ਲੱਖ ਲੱਖ ਗੇੜਾ ਆਖੀ ਅਹੇ, ਆਖੀ ਅਹੇ, ਆਖੀ ਐ ਨਹੀਂ ਕਹਿਣਾ, ਆਖੀ ਐ। ਹਾਹੇ ਨੂੰ ਸਿਹਾਰੀ ਤੇ ਹਾਹਾ ਬਿਲਕੁਲ ਹੀ ਕੱਟਿਆ ਜਾਂਦਾ ਤੇ ਐੜੇ ਨੂੰ ਦਲਾਵਾਂ ਲੱਗ ਜਾਂਦੀਆਂ। ਲੱਖ ਲੱਖ ਗੇੜਾ ਆਖੀ ਅਹੇ, ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ। ਇੱਥੇ ਪੌੜੀਆਂ ਪੜ੍ਹ ਜਾਂਦੇ ਕਈ ਜਦੋਂ ਭੁਲੇਖੇ ਨਾਲ ਸੰਥਿਆ ਨਹੀਂ ਕੀਤੀ ਹੁੰਦੀ ਤਾਂ, ਪਰ ਪਵੜੀਆ ਪਾਠ ਹੈ, ਪਵੜੀਆ। ਏਤ ਰਾਹੇ, ਆਹੇ ਨੂੰ ਸਿਹਾਰੀ ਜਿਹੜੀ ਆ ਉਹ ਪੂਰੀ ਸ਼ੁੱਧ ਮਾਤਰਾ 'ਚ ਲੱਗਦੀ ਹੈ। ਆਹੇ ਨੂੰ ਸਾਰੀਆਂ ਮਾਤਰਾ ਬਾਕੀ ਅੱਖਰਾਂ ਦੇ ਨਾਲੋਂ ਜ਼ਿਆਦਾ ਵਧੀਕ ਜਿਹੜੀਆਂ ਉਹ ਚੜ੍ਹ ਕੇ ਲੱਗਦੀਆਂ ਹਨ। ਜਿਵੇਂ ਸੱਜਣ ਸੱਚਾ ਪਾਤਸ਼ਾਹ, ਤੇ ਉਹ ਜਦੋਂ ਕਹਿੰਦੇ ਤੁਸੀਂ ਰਾਰੇ ਨੂੰ ਨਹੀਂ ਔਂਕੜ ਲਾਉਂਦੇ, ਔਂਕੜ ਤਾਂ ਲੱਗਦਾ ਹੀ ਹੈ, ਨਿਰਵੈਰ ਔਂਕੜ ਲੱਗਦਾ ਹੀ ਹੈ, ਪਰ ਹਾਹੇ ਜਿੰਨਾ ਨਹੀਂ ਲੱਗਦਾ। ਇਸ ਕਰਕੇ ਉਹ ਕਹਿੰਦੇ ਸੱਜਣ ਸੱਚਾ ਪਾਤਸ਼ਾਹ, ਉਹ ਆਪਣੇ ਤਰੀਕੇ ਨਾਲ ਪੜ੍ਹਦੇ ਆ, ਤੇ ਜਿਹੜਾ ਕਿ ਸੰਪਰਦਾ ਮੁਤਾਬਕ ਗਲਤ ਹੈ।
ਜਿਹੜੀ ਪ੍ਰਣਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਲਾਈ ਹੈ ਨਾ, ਉਸ ਪ੍ਰਣਾਲੀ ਦੇ ਮੁਤਾਬਕ ਜੋ ਸੀਨੇ ਬਸੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਿਆ ਪਾਠਾਂ ਦੇ ਸੁੱਧ ਉਚਾਰਨ ਦੀ ਚਲੀ ਆ ਰਹੀ ਹੈ, ਉਹਦੇ ਮੁਤਾਬਕ ਉਹ ਸੁੱਧ ਨਹੀਂ। ਤੇ ਪ੍ਰਣਾਲੀ ਦੇ ਮੁਤਾਬਕ ਸੁੱਧ ਕੀ ਹੈ? ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇ ਸਾਹੋ। ਉਹ ਹਾਹੇ ਨੂੰ ਔਂਕੜ ਪੂਰੇ ਲੱਗਦੇ ਆ, ਤੇ ਹਾਹੇ ਨੂੰ ਮਾਤਰਾ ਸਿਹਾਰੀ ਦੀ ਹੈ। ਏਤ ਰਾਹੇ ਪਤ ਪਬੜੀਐ, ਚੜੀਐ ਹੋਏ 21, ਸੁਣ ਗੱਲਾਂ ਆਕਾਸ਼ ਕੀ। ਇੱਥੇ ਗਲਾ ਪਾਠ ਨਹੀਂ ਕਰਨਾ, ਸੁਣ ਗੱਲਾਂ, ਗੱਲਾਂ ਬਿੰਦੀ ਵੀ ਨਹੀਂ ਲਾਉਣੀ, ਗੱਲਾਂ ਬਿੰਦੀ ਨਹੀਂ ਲਾਉਣੀ, ਤੇ ਗਲਾ ਵੀ ਨਹੀਂ ਪਾਠ ਕਰਨਾ। ਸੁਣ ਗੱਲਾਂ, ਗੱਲਾਂ ਜਿਹੜੀਆਂ ਮਤਲਬ ਵੀ ਅਰਥ ਕਰਨ ਚ ਆਪਾਂ ਬੋਲ ਦਿੰਦੇ ਆ ਗੱਲਾਂ ਬਿੰਦੀ ਲਾ ਕੇ, ਪਰ ਇੱਥੇ ਬਿੰਦੀ ਨਹੀਂ ਲਾਉਣੀ, ਤੇ ਪਰ ਗੱਲਾਂ ਦਾ ਸਪਸ਼ਟ ਕਰਨਾ। ਸੁਣ ਗੱਲਾਂ ਆਕਾਸ਼ ਕੀ, ਕੀਟਾ ਸੁਣ ਗੱਲਾਂ ਆਕਾਸ਼ ਕੀ, ਐੜੇ ਨੂੰ ਕੰਨਾ ਸਪਸ਼ਟ ਕਰਕੇ ਲਾਉਣਾ। ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ, ਕੂੜੀ ਕੂੜਾ ਠੀਸ। ਹਾਂਜੀ, ਇਹ ਪਾਠਾਂ ਦਾ ਸੁੱਧ ਉਚਾਰਨ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਨਾਮ ਦੇ ਜਪਣ ਦਾ ਸਤਿਗੁਰਾਂ ਜੀ ਨੇ ਉਤਸ਼ਾਹ ਦੱਸਿਆ। ਵਾਹਿਗੁਰੂ ਨਾਲ ਕਿੰਨਾ ਕੁ ਪਿਆਰ ਕਰਨਾ ਚਾਹੀਦਾ? ਜੇ ਕੋਈ ਸੰਤ ਮਹਾਤਮਾ ਉਹਨਾਂ ਨੂੰ ਪੁੱਛੀਏ ਕਿ ਮਹਾਰਾਜ ਤੁਸੀਂ ਨਿਰੰਕਾਰ ਨਾਲ, ਪਰਮੇਸ਼ਰ ਨਾਲ ਕਿੰਨਾ ਕੁ ਪਿਆਰ ਕਰਦੇ ਹੋ, ਤੇ ਉਸ ਪਿਆਰ ਦੀ ਸੀਮਾ ਨਹੀਂ ਉਹ ਕਹਿ ਸਕਣਗੇ, ਕਥਨ ਨਹੀਂ ਕਰ ਸਕਣਗੇ ਕਿ ਕਿੰਨਾ ਕੁ ਪਿਆਰ ਅਸੀਂ ਮਹਾਰਾਜ ਨਾਲ ਕਰਦੇ ਹਾਂ। ਜਾਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਦੀ ਪ੍ਰੀਤ ਭਰੀ ਬਾਣੀ ਆਉਂਦੀ ਹੈ, ਪ੍ਰੇਮ ਦੇ ਪ੍ਰਵਾਹ ਚ ਮਹਾਰਾਜ ਨੇ ਉਹ ਬਾਣੀ ਉਚਾਰੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਆਰ ਦੀ ਅਵਸਥਾ ਨੂੰ, ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਅਵਸਥਾ ਨੂੰ ਜਾਣ ਤਾਂ ਕੋਈ ਨਹੀਂ ਸਕਦਾ, ਪਰ ਮਹਾਰਾਜ ਜੀ ਪ੍ਰੀਤ ਦੀ ਰੀਤ ਪ੍ਰਗਟ ਕਰਦਿਆਂ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਹੇ ਵਾਹਿਗੁਰੂ, ਸਾਨੂੰ ਆਪ ਦੀ ਉਸਤਤ ਕਰਨ ਲਈ ਇੱਕ ਜੀਵ ਜਿਹੜੀ ਉਹ ਥੋੜੀ ਪੈ ਗਈ, ਕਿਰਪਾ ਕਰਕੇ ਲਾਖ ਜਿਹਵਾ ਦੇਹੋ ਮੇਰੇ ਪਿਆਰੇ। ਮਹਾਰਾਜ ਸਾਨੂੰ ਲੱਖ ਜੇਬਾ ਦੇ ਦਿਓ, ਜਿਤ ਹਰ ਆਰਾਧੇ ਮੇਰਾ ਰਾਮ। ਮਹਾਰਾਜ ਆਪ ਦੇ ਨਾਮ ਨੂੰ ਅਸੀਂ ਉਸ ਲੱਖ ਜੀਭਾ ਦੇ ਨਾਲ ਆਰਾਧਨਾ ਕਰੀਏ। ਇੱਕ ਇਹ ਪ੍ਰੀਤ ਦੀ ਉਪਾਸਨਾ ਹੈ। ਪ੍ਰੇਮ ਦਾ ਸਾਧਨ ਸਭ ਤੋਂ ਵੱਡਾ ਤੇ ਸਭ ਤੋਂ ਉੱਚਾ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਗਰੀਬ ਨਵਾਜ ਨੇ। ਇਹਦਾ ਇੱਕ ਪ੍ਰਮਾਣ ਹੈ, ਇਹ ਸੰਤ ਕਿਹੋ ਜਿਹੀ ਉਪਾਸਨਾ ਕਰਦੇ ਪਿਆਰ ਵਿੱਚ ਆ ਕਰਕੇ। ਇੱਕ ਪ੍ਰਿਥੂ ਨਾਮੇ ਰਾਜਾ ਹੋਇਆ, ਉਹਦਾ ਜ਼ਿਕਰ ਆਉਂਦਾ ਹੈ ਕਿ ਉਹਨੇ ਪ੍ਰੀਤ ਵਿੱਚ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੀ ਨਾ 1000 ਜ਼ੁਬਾਨ ਬਣਾ ਦਿਓ, ਮੰਗੀ ਮਹਾਰਾਜ ਤੋਂ। ਤੇ ਉਹਨੂੰ ਫਿਰ 1000 ਜ਼ੁਬਾਨ ਦੀ ਬਖਸ਼ਿਸ਼ ਹੋਈ। ਉਹ 1000 ਜ਼ੁਬਾਨ ਨਾਲ ਸਿਮਰਨ ਕਰਨ ਲੱਗ ਪਿਆ। ਤੇ ਜੇ ਇੱਕ ਜ਼ੁਬਾਨ ਨਾਲ ਸਿਮਰਨ ਕਰਦਾ ਸੀ ਤੇ ਕਿੰਨਾ ਆਨੰਦ ਆਉਂਦਾ ਸੀ ਉਹਨੂੰ। ਤਾਂ ਹੀ ਉਹ ਕਹਿੰਦਾ ਨਾ, ਮਹਾਰਾਜ ਮੈਨੂੰ 1000 ਜ਼ੁਬਾਨ ਦਿਓ। ਜਦੋਂ 1000 ਜ਼ੁਬਾਨ ਮਿਲੀ, ਉਹਨਾਂ ਬਹੁਤਾ ਆਨੰਦ ਆਉਣ ਲੱਗ ਪਿਆ। ਫਿਰ ਉਸਨੇ ਕਿਹਾ, ਮਹਾਰਾਜ ਇਹ ਤਾਂ ਥੋੜੀ ਹੈ, ਕਿਉਂਕਿ ਜਿਹਨੂੰ ਆਨੰਦ ਆਉਂਦਾ ਨਾ, ਉਹ ਨਾਮ ਜਪ ਕੇ ਇਹ ਨਹੀਂ ਕਹਿੰਦੇ ਕਿ ਬਸ ਹੁਣ ਮੈਂ ਅੱਜ ਜਪਜੀ ਸਾਹਿਬ ਪੜ੍ਹ ਲਿਆ ਤੇ ਰੱਜ ਗਿਆ, ਤੇ ਹੁਣ ਮੈਂ ਇਦੋਂ ਵੱਧ ਜਪਜੀ ਸਾਹਿਬ ਨਹੀਂ ਪੜ੍ਹਨਾ। ਨਹੀਂ, ਉਹ ਤਾਂ ਇੰਨੀ ਭੁੱਖ ਲੱਗੀ ਹੁੰਦੀ ਹੈ ਕਿ ਸਾਚੇ ਨਾਮ ਕੀ ਲਾਗਾ ਭੂਖ, ਇੰਨੀ ਭੁੱਖ ਲੱਗਦੀ ਆ, ਉਹ ਤਾਂ 100 ਜਪਜੀ ਸਾਹਿਬ ਦਾ ਪਾਠ ਕਰਕੇ ਵੀ ਨਹੀਂ ਥੱਕਦੇ। ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ 101 ਸ੍ਰੀ ਜਪਜੀ ਸਾਹਿਬ ਦਾ ਪਾਠ ਮਹਾਂਪੁਰਖ ਕਰਦੇ ਸੀ ਰੋਜ਼, ਸੁਰਤੀ ਨਾਲ ਕਰ ਲੈਂਦੇ ਸੀ।
फिर ये प्रीत वा। उन्हें आख्या महाराज इन्ना आनंद वा ते कृपा करके बख्शिश करो, मैनू 20,000 जबान बख्शो। 1,000 तो एक जबान तो 1,000 मंगी, ये जिक्र आउंदा ओहदा तां मैं जिक्र कर रहा। 1,000 ते फिर इन्ना आनंद आया तो उन मन च सोचा कि जे 20,000 होण ते किन्ना आनंद आऊगा। ਹੁਣ महाराज ਦੇ ਅੱਗੇ ਅਰਦਾਸ ਕਰਤੀ ਕਿ महाराज ਮੈਨੂੰ 20,000 ਬਖਸ਼ੋ। ਪਰਮੇਸ਼ਰ ਨੇ 20,000 ਜ਼ਬਾਨ ਦੇ ਦਿੱਤੀ। ਉਹ 20,000 ਜ਼ਬਾਨ ਦੇ ਨਾਲ ਹੀ ਫਿਰ ਚਿੰਤਨ ਕਰਨ ਲੱਗ ਪਿਆ। ਇੰਨਾ ਆਨੰਦ ਵੱਧ ਗਿਆ। ਫਿਰ ਉਸ ਆਖਿਆ महाराज ਇਹ ਵੀ ਥੋੜੀ ਆ, ਕਿਰਪਾ ਕਰਕੇ ਨਾ 1 ਲੱਖ ਮੈਨੂੰ ਜ਼ਬਾਨ ਬਖਸ਼ੋ। ਤਾਂ ਉਹ ਵੀ ਮਿਲ ਗਈ। ਫਿਰ ਲੱਖ ਜ਼ਬਾਨ ਨਾਲ ਸਿਮਰਨ ਕਰਨ ਲੱਗ ਗਿਆ। ਫਿਰ ਕਰੋੜ ਜ਼ਬਾਨ ਮੰਗੀ, ਮਿਲ ਗਈ। ਫਿਰ ਕਰੋੜਾਂ ਜ਼ਬਾਨਾਂ ਨਾਲ ਸਿਮਰਨ ਕਰਨ ਲੱਗ ਪਿਆ। ਜਦੋਂ ਇੰਨਾ ਸਿਮਰਨ ਕਰਨ ਲੱਗ ਪਿਆ ਫਿਰ ਆਖਿਆ महाराज ਜੀ ਤੂੰ ਹੋਰ ਬਖਸ਼ਿਸ਼ ਕਰੋ। ਰੋਮ ਰੋਮ ਭਜਨ ਕਰਨ ਲੱਗ ਪਿਆ। ਉਸ ਵੇਲੇ ਪਰਮੇਸ਼ਰ ਨੇ ਕਿਹਾ ਰਾਜਾ ਹੁਣ ਤੂੰ ਸਾਡੇ ਵਿੱਚ ਹੀ ਅਭੇਦ ਹੋ ਜਾ, ਹੁਣ ਤੂੰ ਵੱਖਰਾ ਨਹੀਂ ਰਹਿਣਾ ਚਾਹੀਦਾ। ਸਿਮਰਨ ਇੰਨੀ ਪ੍ਰੀਤ ਲਾ ਦਿੰਦਾ ਕਿ ਫਿਰ ਪ੍ਰਿਥੂ ਰਾਜਾ ਜਿਹੜਾ ਸੀ ਨਾ ਅਭੇਦ ਹੋ ਗਿਆ ਪਰਮੇਸ਼ਰ ਦੇ ਅੰਦਰ। ਜਦੋਂ ਸ਼ਾਇਦ ਉੱਥੇ ਪੌੜੀ ਦੀ ਕਥਾ ਕੀਤੀ ਸੀ ਤਾਂ ਭਾਈ ਪਾਰੋ ਜੀ ਦਾ ਜ਼ਿਕਰ ਆਇਆ ਸੀਗਾ। ਭਾਈ ਪਾਰੋ ਜੀ ਦੇ ਉੱਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਕੋਲ ਭਾਈ ਪਾਰੋ ਜੀ ਨੇ ਅਰਦਾਸ ਕੀਤੀ, ਮਹਾਰਾਜ ਮੈਂ ਗਰੀਬ ਸਿੱਖ ਹਾਂ, ਸੱਚੇ ਪਾਤਸ਼ਾਹ ਆਪ ਜੀ ਦੀ ਦਇਆ ਨਾਲ ਕਿਰਤ ਕਰਦਾ, ਆਪ ਨੇ ਸਿੱਖੀ ਬਖਸ਼ੀ ਹੈ, ਮਹਾਰਾਜ ਕਿਰਪਾ ਕਰਕੇ ਮੈਨੂੰ ਨਾਮ ਦਾ ਵੀ ਕਿਣਕਾ ਬਖਸ਼ ਦਿਓ। ਤਾਂ ਸਤਿਗੁਰਾਂ ਜੀ ਨੇ ਕਿਹਾ ਸੀ ਚੰਗਾ ਭਾਈ ਪਾਰੋ ਤੂੰ ਰਸਨਾ ਨਾਲ ਨਾਮ ਜਪਿਆ ਕਰ, ਵਾਹਿਗੁਰੂ ਵਾਹਿਗੁਰੂ ਆਖਿਆ ਕਰ। ਭਾਈ ਪਾਰੋ ਜੀ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਏਡੀ ਬਖਸ਼ਿਸ਼ ਕੀਤੀ ਕਿ ਭਾਈ ਪਾਰੋ ਦਾ ਕੰਠ 'ਚ ਜਾਪ ਚੱਲਣ ਲੱਗ ਪਿਆ। ਜਿਹੜਾ ਰਸਨਾ ਨਾਲ ਆਖੀਏ ਇਹਨੂੰ ਬੈਖਰੀ ਬਾਣੀ ਕਹਿੰਦੇ ਆ। ਰਸਨਾ ਨਾਲ ਬੋਲ ਕੇ ਜਪੀਏ ਇਹ ਬੈਖਰੀ ਬਾਣੀ ਆ। ਜਦੋਂ ਕੰਠ 'ਚ ਜਾਪ ਚਲੇ ਜਾਂਦਾ ਨਾ ਉਦੋਂ ਜ਼ਬਾਨ ਨਹੀਂ ਹਿਲਦੀ, ਆਵਾਜ਼ ਨਹੀਂ ਬਾਹਰ ਆਉਂਦੀ। ਥੋੜਾ ਥੋੜਾ ਕਦੇ ਕਦੇ ਜ਼ਬਾਨ ਹਿਲਦੀ ਪ੍ਰਤੀਤ ਹੁੰਦੀ ਹੈ ਜੇ ਕੋਈ ਗੌ ਨਾ ਵੇਖੇ। ਬੁੱਲ ਵੀ ਕਦੇ ਕਦੇ ਹਿੱਲਣ ਲੱਗ ਪੈਂਦੇ ਪਰ ਆਵਾਜ਼ ਨਹੀਂ ਬਾਹਰ ਨਿਕਲਦੀ। ਉਹਨੂੰ ਮੱਧਮਾ ਕਹਿੰਦੇ ਆ, ਮੱਧਮਾ ਬਾਣੀ। ਤੇ ਇਸ ਤੋਂ ਅੱਗੇ ਹਿਰਦੇ ਵਿੱਚ ਪਸੰਤੀ ਬਾਣੀ ਹੁੰਦੀ ਆ ਤੇ ਨਾਭੀ ਵਿੱਚ ਪਰਾ ਬਾਣੀ ਹੁੰਦੀ ਆ। ਇੱਕ ਵਾਰ ਬੰਬੇ ਦਾ ਬਚਨ ਮੈਨੂੰ ਚੇਤੇ ਆ ਗਿਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਦੇ ਨਾਲ ਸਮੇਂ ਸੇਵਾ ਮੈਂ ਕਰਦਾ ਸੀ। ਮਹਾਂਪੁਰਖਾਂ ਨੂੰ ਬਾਣੀ ਸੁਣਾਉਣ ਦੀ ਰਾਤ ਨੂੰ ਪਹਿਰਾ ਲਾਉਣਾ ਹੁੰਦਾ ਸੀ। ਰਾਤ ਦਾ ਮੇਰਾ ਪਹਿਰਾ ਸੀ। ਅੰਮ੍ਰਿਤ ਵੇਲੇ ਮਹਾਂਪੁਰਖ ਜਦੋਂ ਉੱਠੇ ਆ, ਪਹਿਲੋਂ ਨਹੀਂ ਮੈਨੂੰ ਪ੍ਰਤੀਤ ਹੋਇਆ, ਜਦੋਂ ਉੱਠੇ ਆ ਇੱਕਦਮ ਫਿਰ ਮੈਂ ਸਾਹਮਣੇ ਹਾਜ਼ਰ ਹੋਣਾ ਸੀ। ਜਦੋਂ ਉੱਠੇ ਤਾਂ ਮੈਂ ਕੋਲ ਗਿਆ ਤਾਂ ਕੋਲ ਉਹਨਾਂ ਦੇ ਬਿਨਾਂ ਉਹਨਾਂ ਦੇ ਮੁਖ ਤੇ ਬੋਲਣ ਤੋਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ। ਤੇ ਮੈਨੂੰ ਬੜੀ ਅਚਰਜਤਾ ਹੋਈ ਜਦੋਂ ਉਹਨਾਂ ਨੇ ਮੇਰੇ ਵੱਲ ਤੱਕਿਆ। ਥੋੜੇ ਚਿਰ ਬਾਅਦ ਹੀ, ਮਿੰਟ 2 ਮਿੰਟ ਬਾਅਦ ਇਹ ਸਭ ਕੁਝ ਫਿਰ ਗਾਇਬ ਹੋ ਗਿਆ। ਫਿਰ ਉੱਠ ਕੇ ਆਪਦੀ ਕਿਰਿਆ ਕਰਨ ਲੱਗ ਗਏ, ਦਾਤਨ ਕੁਰਲਾ ਕਰਨ ਲੱਗ ਗਏ, ਇਸ਼ਨਾਨ ਪਾਣੀ ਕੀਤਾ। ਉਹਨਾਂ ਦੇ ਜਿਨ੍ਹਾਂ ਦੇ ਅੰਦਰ ਪ੍ਰੀਤ ਹੁੰਦੀ ਹੈ ਉਹਨਾਂ ਦੇ ਸਦਾ ਹੀ ਬੈਖਰੀ ਬਾਣੀ ਦੁਆਰਾ ਵੀ, ਮੱਧਮਾ ਦੁਆਰਾ ਵੀ, ਪਸੰਤੀ ਦੁਆਰਾ ਵੀ, ਪਰਾ ਬਾਣੀ ਦੁਆਰਾ ਵੀ ਜਾਪ ਚੱਲਦਾ ਹੀ ਰਹਿੰਦਾ। ਤੇ ਇਸ ਤੋਂ ਅੱਗੇ ਭਾਈ ਪਾਰੋ ਜੀ ਨੂੰ ਇਹ ਮੱਧਮਾ ਤੋਂ ਪਸੰਤੀ ਤੇ ਪਸੰਤੀ ਤੋਂ ਪਰਾ ਸਤਿਗੁਰਾਂ ਨੇ ਬਖਸ਼ਿਸ਼ ਕਰਤੀ। ਫਿਰ
भाई पारो जी ने आख्या महाराज इस तो अगे अवस्था बख्शो। तो सच्चे पातशाह महाराज आख्या चंगा भाई पारो तेरे रोम रोम चों गुरमंत्र का सिमरन होया करेगा। भाई पारो जी ने इस अवस्था का आनंद माणिया। फिर महाराज के चरणों च जदों आउंदे ते सतगुरु जी ने फिर बेनती की महाराज ऐदों अगे अवस्था हुण बख्शो होर। महाराज कहंदे चंगा भाई पारो तेनू धरती पताल आकाश सब थावां चों नाम सुनिया करेगा। महाराज ने जिवें कहा धरत पताल आकाश है मेरी जिंदड़ीए सब हर हर नाम ध्यावै राम। भाई पारो जी इस अवस्था का आनंद सुख माणिया। फिर भाई पारो जी महाराज दर्शन करन आए। सतगुरु जी ने एडा मान दिता सी भाई पारो जी नूं। इतिहास साडा जिक्र करदा कि भाई पारो जी सामने आ रहे सी। सतगुरु जी गुरियाई दे तखत तो उठ के खलो गए भाई पारो जी का सत्कार करने वास्ते, अपने सिख का सत्कार करने वास्ते। दीन दुनिया के मालक गुरु अमरदास सच्चे पातशाह महाराज जिन्हां दी सिफत भट्टां ने लिखिया कि गुरु अमरदास की कथ कथा है एक जीह कछ कही ना जाई। ऐसे दीन दयाल सतगुरु भाई पारो जी के सत्कार च उठ के खलो गए। जदों उठ के खलोते महाराज सच्चे पातशाह ते भाई पारो नूं दोवां बाहां तो पकड़ के महाराज कहंदे आ भाई पारो साडा दिल करदा तैनूं गुरियाई दे तखत ते बिठा दईए। गुरु अमरदास साहब जी महाराज आख्या। जदों सतगुरां जी ने इन्ना बचन आख्या भाई पारो जी उस वेले महाराज के चरणों ते ढह पे, महाराज के चरणों नाल लिपट गए। फिर सतगुरु जी नूं बेनती की महाराज गुरसिੱਖੀ मम भावै गुरियाई सतगुरै सुहावै। महाराज मैनूं तो सिੱਖੀ चंगी लगदी है, किरपा करके महाराज मैनूं सिੱਖੀ बख्शो। गुरता दे तखत ते महाराज आप बहुत शोभा पाउंदे हो, आप किरपा करके तखत ते सुभाईमान हो। ये सिख दी निमरता वेख के महाराज कंठ ला लिया सी भाई पारो नूं। ये प्रीत दी उपासना। सिख नूं सिੱਖੀ तो वड्डा कोई अहुदा नहीं होर लगदा। कहा महाराज गुरियाई दे तखत ये तां सब तो वड्डा है भावें महाराज सच्चे पातशाह, पर इहदे योग नहीं मैं, मैनूं सिੱਖੀ बख्शो। भाई पारो जी की यह निमरता महाराज कंठ लाया। आख्या भाई पारो दस तैनूं की चाहिदा। आख्या महाराज मैनूं इदों अगे अवस्था बख्शो। महाराज हस पे। सतगुरु कहंदे भाई पारो इदों अगे अवस्था नहीं होर, केवल शरीरां दा फर्क रह गया तेरा ते साडा। वेखण नूं असीं दो दिस रहे हैं पर तू साडा ही रूप है। क्योंकि गुरियाई तखत देण नूं महाराज साहब जी बचन कह रहे हैं तो फिर भाई पारो वख नहीं हो सकदे। जिद्दां पृथू राजे नूं महाराज अपने विच ही भेद कर लिया ना निरंकार ने, इवें फिर भाई पारो जी ने कहा महाराज किरपा करो मैनूं अपने आप च ही भेद कर लो। फिर महाराज जी ने आग्या कीती सी चंगा भाई पारो तू जपजी साहब का पाठ करके ते साडे शरीर च अभेद हो जा, अपना शरीर त्याग दे हुण ते असीं भी सचखंड नूं चाला मारना। गुरु रामदास साहब के रूप च हुण जगत दी कल्याण करांगे। ते फिर भाई पारो जी अपने नगर गए सी। सारियां घर दीयां चीज़ां वस्तुआं दान पुण्य कर दित्तियां सी ते जपजी साहब का पाठ करके एक घोड़ी सी वो महाराज की सेवा च भेज दित्ती सी गोइंदवाल साहब। ते आप फिर जपजी साहब का पाठ करके चेहरे ते चादरा लैके अपना शरीर जिहड़ा सी वो त्याग दिता सी भाई पारो जी ने। यह संत उपासना, यह प्रेम की उपासना। वो प्रेम की उपासना महाराज इत्थे प्रगट करते। सतगुरु जी कहते हैं एक दू जीभाओ लख होए, लख होवै लख बीस। जदों प्यार लगदा ना, प्यार दे विच हे महाराज जिहड़ी एक दू जीभाओ, एक तो महाराज मेरियां जीभां जिहड़ियां ना वो दो बन जाण ते दो तो महाराज लखां ही हो जाण। सच्चे पातशाह महाराज ये एक दू पाठ जे इकट्ठा करिए ना ते फिर इहदा अर्थ एक बनता है। सच्चे पातशाह महाराज जिहड़ी मेरी एक जिभा ना, एक जिभा तो लख जिभां हो जाण ते लखां जबानां बन जाण। लख होवै लख बीस।
जे ਲੱਖ हो जाण ਤੇ ਇਹਨਾਂ ਤੋਂ ਮੈਨੂੰ 20 ਲੱਖ ਪ੍ਰਾਪਤ ਹੋ ਜਾਣ। ਇਹਨਾਂ ਆਪਦਾ ਨਾਮ ਜਪੀਏ। ਜਿਵੇਂ ਮਹਾਰਾਜ ਜੀ ਨੇ ਆਖਿਆ, ਮੈਂ ਪੰਕਤੀ ਪੜ੍ਹੀ ਸੀ, लाख जिहवा देहो मेरे प्यारे मुख हर आराधे मेरा राम। महाराज साहब जी कहते ने, हर गुण गावो जगदीश एका जीह कीचा लख बीस। महाराज आपदे गुण गाइए हे जगत दे मालक निरंकार, सानू एक जीह कीचा लख बीस, एक जीबा नू 20 ਲੱਖ जीबा बना दिओ, हो गया लख बीस। 20 ਲੱਖ सानू ये प्राप्त हो जाण आपदियां जीबां। ਤੇ ਮਹਾਰਾਜ ਉਸ ਇੱਕ ਇੱਕ ਜ਼ਬਾਨ ਨਾਲ ਲੱਖ ਲੱਖ ਹੋ ਜਾਵੇ। ਜੋ ਲੱਖ ਲੱਖ ਹੋਈ ਹੈ ਉਹ ਅੱਗੇ 20 ਲੱਖ ਹੋ ਜਾਵੇ, ਭਾਵ ਅਣਗਿਣਤ ਹੋ ਜਾਣ, ਭਾਵ 16 ਨੀਲ ਸਰੀਰ ਦੇ ਰੋਮ ਹਨ, ਇਸ ਤੋਂ ਵੀ ਵੱਧ ਹੋ ਜਾਣ। ਸਾਰੇ ਰੋਮ ਕੂਪ ਜਿਹੜੇ ਆ ਉਹ ਜ਼ਬਾਨਾਂ ਬਣ ਜਾਣ। ਐਸੀ ਬਖਸ਼ਿਸ਼ ਕਰੋ ਜੋ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਨਾ। ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜਾਪ ਦੇ ਕਰਨ ਨਾਲ ਜਿਹੜੇ ਆ ਉਹ ਐਸੀ ਅਵਸਥਾ ਪ੍ਰਗਟ ਹੁੰਦੀ ਹੈ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਸੰਗੀ ਸਿੰਘ ਸੀ ਜਿਹੜੇ, ਕਿਉਂਕਿ ਪਾਰਸ ਨੂੰ ਭੇਟ ਕੇ ਨਾ ਲੋਹਾ ਵੀ ਸੋਨਾ ਬਣ ਜਾਂਦਾ ਹੈ। ਇਸ ਤਰ੍ਹਾਂ ਮਹਾਂਪੁਰਖਾਂ ਦੇ ਸੰਗੀ ਸਿੰਘ ਸੀ, ਉਹਨਾਂ ਜ਼ਬਾਨ ਨਾਲ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਵੇਖਿਆ। ਇੱਕ ਰਸ 20 ਘੰਟਿਆਂ ਵਿੱਚ 1 ਲੱਖ ਵਾਰੀ ਹੋ ਜਾਂਦਾ ਹੈ। ਜਿਵੇਂ ਸਤਿਗੁਰੂ ਜੀ ਨੇ ਫਰਮਾਇਆ ਨਾ, ਉਚਰੋ ਰਾਮ ਨਾਮ ਲੱਖ ਬਾਰੀ। ਆਪਣੇ ਜ਼ਬਾਨ ਤੋਂ ਮੁਖ ਤੋਂ ਲੱਖ ਵਾਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਉਚਾਰਨਾ ਕਰੋ। 194 ਵਾਰੀ ਆਪਣੇ ਮੁਖ ਤੋਂ ਉਚਾਰਨ ਕਰਨਾ। ਤੇ ਜੇ ਕਿਸੇ ਤੇ ਬਖਸ਼ਿਸ਼ ਹੋ ਜਾਵੇ, ਵਾਹਿਗੁਰੂ ਮੰਤਰ ਦਾ ਸਿਮਰਨ ਜਿਹੜਾ ਪ੍ਰਬਲਤਾ ਦੇ ਸਹਿਤ ਹੋਣ ਲੱਗ ਜਾਂਦਾ, ਤਾਂ ਇੰਨੀ ਮਸਤੀ ਆਉਂਦੀ ਹੈ, ਕਿਸੇ ਵਿਹਾਰ ਦਾ ਚੇਤਾ ਨਹੀਂ ਰਹਿੰਦਾ। ਕਿਉਂ? ਗਿਣਤੀ ਨਹੀਂ, ਪਹਿਲੋਂ ਗਿਣਤੀ ਕਰ ਲੈਂਦੇ ਆ ਮਾਲਾ ਤੋਂ। ਜਿਵੇਂ ਬਾਲਕ ਪਹਿਲੋਂ ਗਡੀਰੇ ਨਾਲ ਚੱਲਣਾ ਸਿੱਖਦਾ ਹੈ। ਮਾਲਾ ਜਿਹੜੀ ਹੈ ਨਾ, ਇਹਦਾ ਇੱਕ ਵੱਖਰਾ ਵਿਸ਼ਾ ਹੈ। ਗੁਰੂ ਘਰ ਦੇ ਅੰਦਰ ਮਾਲਾ ਨੂੰ ਦਿਖਾਵਾ ਨਹੀਂ, ਮਾਲਾ ਨੂੰ ਇੱਕ ਭਗਤੀ ਦਾ ਪ੍ਰਤੀਕ ਮੰਨਿਆ ਗਿਆ। ਤੇ ਗੁਰਸਿੱਖ ਦਾ ਜੀਵਨ ਦਿਖਾਵੇ ਵਾਲਾ ਨਹੀਂ, ਕਰਨੀ ਵਾਲਾ ਹੋਣਾ ਚਾਹੀਦਾ। ਤੇ ਉਹਦਾ ਅਰਥ ਇਹ ਨਹੀਂ ਕਿ ਮਾਲਾ ਫੜੀਏ ਤੇ ਪਖੰਡੀ ਹੈ, ਮਾਲਾ ਗਲ ਚ ਪਾਈਏ ਤੇ ਪਖੰਡ ਹੈ। ਨਹੀਂ, ਮਾਲਾ ਸਤਿਗੁਰੂ ਸਾਹਿਬ ਜੀ ਵੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਣੇ ਗਲ ਵਿੱਚ ਪਹਿਰਦੇ ਰਹੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਸਾਹਿਬ ਜੀ, ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਤੇ ਸੰਤ ਭਗਤ ਮਾਲਾ ਪਹਿਨਦੇ ਰਹੇ ਆ। ਤੇ ਪਰ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਮਨ ਦੀ ਪ੍ਰੀਤ ਨਾਲ, ਪਹਿਲੋਂ ਜਦੋਂ ਮਨ ਪ੍ਰੇਮ ਨਹੀਂ ਮਨ ਚ ਲੱਗਦਾ, ਉਦੋਂ ਗਿਣਤੀ ਨਾਲ ਗਿਣ ਕੇ ਵੀ ਜੇ ਜਪੀਏ ਨਾ, ਤੇ ਫਿਰ ਹੌਲੀ ਹੌਲੀ ਪ੍ਰੇਮ ਲੱਗ ਜਾਂਦਾ ਤੇ ਬਖਸ਼ਿਸ਼ ਹੋ ਜਾਂਦੀ ਹੈ। ਜਦੋਂ ਬਖਸ਼ਿਸ਼ ਹੁੰਦੀ ਹੈ, ਉਦੋਂ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਨਾਮ ਮਿੱਠਾ ਲੱਗਣ ਲੱਗ ਜਾਂਦਾ। ਤੇ ਜਦੋਂ ਨਾਮ ਮਿੱਠਾ ਲੱਗਦਾ, ਉਸੇ ਸਮੇਂ ਹੀ ਫਿਰ ਸ਼ੀਤਲਤਾ ਆ ਜਾਂਦੀ ਹੈ ਵਿਕਾਰਾਂ ਤੋਂ। ਸਾਤੀ ਸ਼ੀਤਲ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ। ਮਹਾਰਾਜ ਦੇ ਗੁਣ ਗਾਉਂਦਿਆਂ ਸਾਰ ਹੀ ਇਹ ਫਿਰ ਅਵਸਥਾ ਆਉਂਦੀ ਹੈ ਪਿਆਰ ਦੀ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ। ਮਹਾਰਾਜ ਨੇ ਪ੍ਰਮਾਣ ਦਿੱਤੇ ਆ ਕਿ ਜਦੋਂ ਨਾਮ ਦੇ ਜਪਣ ਦਾ ਪਿਆਰ ਲੱਗਦਾ ਹੈ ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਆ, ਮਾਰੂ ਮੀਹ ਨਾ ਤ੍ਰਿਪਤਿਆ, ਅੱਗੀ ਲਹੈ ਨਾ ਭੁੱਖ। ਕਿ ਜਿਹੜਾ ਮਾਰੂਥਲ ਹੈ ਨਾ, ਮਾਰੂਥਲ ਜਿਹੜੀ ਆ ਰੇਗਿਸਤਾਨ ਦੀ ਧਰਤੀ, ਉਹ ਮੀਂਹ ਪੈ ਜੇ ਤੇ ਰੇਗਿਸਤਾਨ ਦੀ ਧਰਤੀ, ਉਹ ਮਾਰੂਥਲ ਕੀ ਕਹਿੰਦਾ ਵੀ ਮੈਂ ਰੱਜ ਗਿਆ, ਬਸ ਹੁਣ ਹੋਰ ਨਹੀਂ ਮੈਂ ਮੀਂਹ ਵਿੱਚ ਆਪਣੇ ਪਾਣੀ ਜਜ਼ਬ ਕਰ ਸਕਦਾ, ਉਹ ਨਹੀਂ ਤ੍ਰਿਪਤ ਹੁੰਦਾ। ਤੇ ਅੱਗ ਦੇ ਵਿੱਚ ਕਿੰਨੀਆਂ ਲੱਕੜਾਂ ਪਾ ਦਿਓ ਤੇ ਅੱਗ ਕਹਿੰਦੀ ਬਸ ਹੁਣ ਮੇਰੀ ਭੁੱਖ ਲੱਥ ਗਈ, ਹੋਰ ਲੱਕੜਾਂ ਨਾ ਪਾਇਓ, ਮੈਂ ਹੋਰ ਨਹੀਂ ਸਾੜ ਸਕਦੀ। ਜਿਸ ਤਰ੍ਹਾਂ ਮਾਰੂਥਲ ਪਾਣੀ ਨਾਲ ਤ੍ਰਿਪਤ ਨਹੀਂ ਹੁੰਦਾ, ਜਿਸ ਤਰ੍ਹਾਂ ਅੱਗ ਲੱਕੜਾਂ ਨਾਲ ਤ੍ਰਿਪਤ ਨਹੀਂ ਹੁੰਦੀ, ਇਸ ਤਰ੍ਹਾਂ ਪ੍ਰੀਤ ਵਾਲਾ ਮਨ ਸਿਮਰਨ ਕਰਦਾ ਥੱਕਦਾ ਨਹੀਂ। ਉਹ ਜਪਜੀ ਸਾਹਿਬ ਦੇ ਪਾਠ ਕਰਦਾ ਥੱਕਦਾ ਨਹੀਂ।
ਇਹ ਤਾਂ ਮਹਾਰਾਜ ਦੀ ਬਖਸ਼ਿਸ਼ ਹੈ ਨਾ, ਜਿਨ੍ਹਾਂ ਜੀਆਂ ਤੇ ਹੋ ਜੇ। ਕਿੱਥੇ ਰਸਾਂ ਕਸਾਂ 'ਚ ਲੱਗਾ ਮਨ ਇੱਕ ਜਪਜੀ ਸਾਹਿਬ ਪੜ੍ਹਨ ਤੋਂ ਆਲਸ ਮੰਨਦਾ, ਕਿੱਥੇ ਪਿਆਰ ਵਾਲੇ 100 ਪਾਠ ਕਰਕੇ ਵੀ ਕਹਿੰਦੇ ਆ ਜੀ ਥੋੜੇ ਆ ਹੋਰ ਕਰੀਏ। ਇਹ ਹੈ ਪਿਆਰ ਦੀ ਗੱਲ। ਮਹਾਰਾਜ ਪ੍ਰਮਾਣ ਦਿੱਤੇ ਆ ਕਿ ਮਾਰੂ ਮੀਂਹ ਨਾ ਤ੍ਰਿਪਤਿਆ। ਮਾਰੂ ਥਲ ਜਿਹੜਾ ਨਾ ਉਹ ਮੀਂਹ ਪੈਣ ਨਾਲ ਤ੍ਰਿਪਤਦਾ ਨਹੀਂ, ਰੱਜਦਾ ਨਹੀਂ। ਹੋਰ ਮੀਂਹ ਪਈ ਜਾਵੇ ਜਜ਼ਬ ਹੋਈ ਜਾਂਦਾ ਉਹਦੇ ਅੰਦਰ ਪਾਣੀ। ਅੱਗ ਦੇ ਵਿੱਚ ਲੱਕੜਾਂ ਪਾਈ ਜਾਵੋ, ਸਾੜ ਕੇ ਸੁਆਹ ਕਰੀ ਜਾਂਦੀ, ਰੱਜਦੀ ਨਹੀਂ। ਇਸੇ ਤਰ੍ਹਾਂ ਰੱਬ ਦੇ ਪਿਆਰੇ ਨਾਮ ਜਪਦੇ, ਅੱਕਦੇ ਨਹੀਂ, ਥੱਕਦੇ ਨਹੀਂ, ਭਜਨ ਕਰੀ ਜਾਂਦੇ। ਫਿਰ ਮਹਾਰਾਜ ਕਹਿੰਦੇ ਰਾਜਾ ਰਾਜ ਨਾ ਤ੍ਰਿਪਤਿਆ। ਜਿਹੜਾ ਰਾਜਾ ਵਾ ਉਹ ਰਾਜ ਕਰਕੇ ਕਦੇ ਤ੍ਰਿਪਤ ਹੁੰਦਾ? ਉਹ ਕਹਿੰਦਾ ਨਹੀਂ, ਹੋਰ ਉਮਰ ਚਾਹੀਦੀ, ਹੋਰ ਰਾਜ ਹੋਣਾ ਚਾਹੀਦਾ। ਇਸ ਤਰ੍ਹਾਂ ਰੱਬ ਦੇ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਜਪਦੇ, ਕਦੇ ਵੀ ਜਿਹੜਾ ਹੈ ਉਹ ਆਲਸ ਨਹੀਂ ਮੰਨਦੇ। ਸਾਇਰ ਭਰੇ ਕੁਸੁਕ, ਜਿਹੜੇ ਸਾਇਰ ਸਮੁੰਦਰ ਵਾ, ਇਹ ਕਿਨ ਭਰੇ ਹੋਏ ਆ? ਇਹ ਪਰਮੇਸ਼ਰ ਵੱਲੋਂ ਹੀ ਭਰੇ ਆ। ਰੱਬ ਦੇ ਪਿਆਰਿਆਂ ਦਾ ਹਿਰਦਾ ਨਾਮ ਨਾਲ ਲਵਾਲਵ ਭਰਿਆ ਹੀ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ। ਇਉਂ ਭਾਈ ਇਹ ਨਾਮ ਦੀ ਕੀ ਪੁੱਛਦੇ ਹੋ ਕਿ ਕਿੰਨਾ ਕੁ ਸਾਨੂੰ ਪਿਆਰ ਵਾਹਿਗੁਰੂ ਨਾਲ ਕਰਨਾ ਚਾਹੀਦਾ ਹੈ, ਕਿੰਨਾ ਕੁ ਪਿਆਰ ਅਸੀਂ ਆਪਣਾ ਦੱਸੀਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਪਿਆਰ ਤਾਂ ਦੱਸਿਆ ਨਹੀਂ ਜਾ ਸਕਦਾ ਸਿੱਧੋ। ਸਾਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਮਹਾਰਾਜ ਇੱਕ ਜ਼ੁਬਾਨ ਤੋਂ ਲੱਖ ਹੋ ਜਾਣ, ਲੱਖ ਤੋਂ 20 ਲੱਖ ਹੋ ਜਾਣ, ਅੱਗੋਂ 20 ਲੱਖ, ਇੱਕ ਗੇੜਾ। ਫਿਰ ਮਹਾਰਾਜ ਜੀ ਨੇ ਅੱਗੇ ਆਖਿਆ ਲੱਖ ਗੇੜਾ ਆਖੀਏ। ਫਿਰ ਇੰਨੀਆਂ ਜ਼ਬਾਨਾਂ ਨਾਲ ਲੱਖ ਗੇੜਾ ਵਾਰੀ, ਇਹ ਲੱਖ ਵਾਰੀ ਇੱਕ ਜਗਤ ਦੇ ਈਸ਼ਰ ਦਾ ਨਾਮ ਜਿਹੜਾ ਨਾ ਆਖੀਏ, ਭਾਵ ਜਪਣਾ ਕਰੀਏ। ਇਸ ਪ੍ਰਕਾਰ 20 ਪਦਮ ਜਾਪ ਹੋ ਜਾਂਦਾ। ਜਿਹਬਾ ਏਕ ਹੋਏ ਲੱਖ ਕੋਟੀ ਕੋਟ ਧਿਆਵੈ ਗੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੰਨੀ ਪ੍ਰੀਤ ਕਿੰਨੀ ਕੁ ਬਿਆਨ ਕਰੀਏ, ਦੱਸੀ ਨਹੀਂ ਜਾ ਸਕਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਪਿਆਰ ਲੱਗ ਜਾਂਦਾ ਜਦੋਂ, ਤੇ ਇਹ ਪਿਆਰ ਦੇ ਨਾਲ ਐਸੀ ਉਪਾਸਨਾ, ਐਸੀ ਬੰਦਗੀ ਕਿ ਉਹ ਵਾਹਿਗੁਰੂ ਦਾ ਰੂਪ ਹੋ ਜਾਂਦੇ ਆ। ਇਹ ਤਰਾਹੇ ਪਤ ਪਬੜੀਆ ਚੜੀਐ ਹੋਏ 21। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜਿਤਨੇ 6 ਸ਼ਾਸਤਰ, 4 ਵੇਦ, 4 ਵਰਨ ਆਸ਼ਰਮ ਰਿਖੀਆਂ ਮੁਨੀਆਂ ਨੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਰਾਹ ਦੱਸੇ ਹਨ, ਉਹਨਾਂ ਸਾਰਿਆਂ ਨਾਲੋਂ ਇਹ ਅਭਿਆਸ, ਇਹ ਤਰਾਹ, ਇਹ ਜਿਹੜਾ ਨਾਮ ਜਪਣ ਦਾ ਰਾਹ ਹੈ, ਜ਼ੁਬਾਨ ਨਾਲ ਸਿਮਰਨ ਕਰਨ ਦਾ ਜਿਹੜਾ ਰਸਤਾ ਹੈ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਨਾਨਕ ਕਾ ਘਰ ਕੇਵਲ ਨਾਮ। ਇਸ ਰਸਤੇ ਦੁਆਰਾ ਅਵਸਥਾ ਰੂਪੀ ਪੌੜੀਆਂ, ਅਰਥ ਵਿੱਚ ਪੌੜੀਆਂ ਕਰਨਾ, ਪਾਠ ਵਿੱਚ ਪਬੜੀਆਂ ਹੀ ਪੜ੍ਹਨਾ, ਦੁਆਰਾ ਬ੍ਰਹਮ ਵਿੱਚ ਚੜ ਜਾਈਦਾ, ਭਾਵ ਪ੍ਰਾਪਤ ਹੋ ਜਾਈਦਾ ਹੈ। ਸਭ ਸਾਧਨਾ ਰੂਪ ਜਿਹੜੇ ਰਾਹਾਂ ਦਾ ਜੋ ਪਤੀ ਹੈ ਨਾ, ਜੋ ਮੁੱਖ ਸਾਧਨ ਹੈ, ਇਹੋ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ। ਤੇ ਇਸ ਨੂੰ ਪ੍ਰਾਪਤ ਕਰਨ ਲਈ ਭੂਮਿਕਾ ਰੂਪੀ ਪੌੜੀਆਂ ਜਿਹੜੀਆਂ ਨਾ ਇਹ ਚੜ ਜਾਈਦੀਆਂ। ਕਿਹੜੀ ਪੌੜੀ ਮਹਾਰਾਜ ਨੇ ਦੱਸਿਆ? ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਕੋਈ ਵੱਡਿਆਂ ਭਾਗਾਂ ਵਾਲਾ ਇਸ ਪੌੜੀ ਨੂੰ ਫਿਰ ਪ੍ਰਾਪਤ ਕਰਦਾ ਹੈ। ਤੇ ਫਿਰ ਜਦੋਂ ਚੜ ਜਾਈਦਾ ਤਾਂ ਹੋਏ 21, ਇੱਕ ਈਸ਼ਰ ਦਾ ਰੂਪ ਹੋ ਜਾਈਦਾ ਹੈ। ਜੈਸਿਓ ਰਾਤਾ ਤੈਸੋ ਹੋਵੈ। ਜਿਹਨੂੰ ਚੇਤੇ ਕਰਦਾ ਸੀ, ਜਿਹਦਾ ਆਵਾਹਨ ਕਰਦਾ ਸੀ ਜੋਤ ਸਰੂਪ ਪਰਮੇਸ਼ਰ ਦਾ, ਜੋਤ ਮਿਲੀ ਸੰਗ ਜੋਤ ਰਹਿਆ ਘਾਲਦਾ, ਵਾਹਿਗੁਰੂ ਨੂੰ ਚੇਤੇ ਕਰਦਾ ਸੀ। ਭਾਈ ਗੁਰਦਾਸ ਜੀ ਨੇ ਵੀ 21 ਦਾ ਅਰਥ ਤੁਰਿਆ ਲਿਖਿਆ, ਭਾਵ ਬ੍ਰਹਮ ਗਿਆਨ। 21 ਚੜੀਏ ਹੋਏ 21, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਵਕਾਰ ਜੋ ਕਾਮ ਆਦਿਕ, 5 ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ, ਤੇ 21ਵਾਂ ਮਨ। ਇਹਨਾਂ ਨੂੰ ਰੋਕ ਕੇ ਇਸ ਤਰ੍ਹਾਂ ਤੁਰਿਆ ਪਦ ਵਿੱਚ ਚੜ ਜਾਂਦੀ ਹੈ ਬਿਰਤੀ। ਬ੍ਰਹਮ ਵਿੱਚ ਜਿਹੜੀ ਹੈ ਨਾ ਬਿਰਤੀ, ਉਹ ਚਲੀ ਜਾਂਦੀ ਹੈ। ਇਹ ਪੌੜੀਆਂ ਦਾ ਵੀ ਜ਼ਿਕਰ ਕੀਤਾ ਹੈ। ਅੱਜ ਤਾਂ ਹੁਣ ਸਮਾਂ ਉਹ ਚੱਲਾ, ਪੌੜੀਆਂ ਦਾ ਜ਼ਿਕਰ ਜਦੋਂ ਕਿਤੇ ਫੇਰ ਆਇਆ ਗੁਰਬਾਣੀ ਦੇ ਵਿੱਚ ਉਸ ਤਰ੍ਹਾਂ ਕਰ ਲਾਂਗੇ। ਪਰ ਮੈਂ
ਸੰਖੇਪ ਚ ਦੱਸ ਦੇਣਾ। ਪਹਿਲੀ ਪੌੜੀ ਹੈ ਧਰਮ ਦੇ ਮਾਰਗ ਤੇ ਚੱਲਣ ਦੀ। ਪੌੜੀ ਦਾ ਪਹਿਲਾ ਡੰਡਾ ਹੈ ਸ਼ੁਭ ਇੱਛਾ। ਸ਼ੁਭ ਇੱਛਾ ਮਨ ਦੇ ਅੰਦਰ ਕਰਨੀ, ਸਿਮਰਨ ਦੇ ਕਰਨ ਦੀ ਇੱਛਾ ਕਰਨੀ, ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਨੀ, ਹਮੇਸ਼ਾ ਜਿਹੜੀ ਹੈ ਵਿਸ਼ਿਆਂ ਵੱਲੋਂ ਨਫ਼ਰਤ ਕਰਨੀ, ਕੁਸੰਗਤ ਵੱਲੋਂ ਮਨ ਦਾ ਰੁਕ ਜਾਣਾ, ਸ਼ੁਭ ਖਿਆਲ ਫੁਰੇ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਇਸ ਜਨਮ ਵਿੱਚ ਹੋ ਜਾਵੇ। ਜਿੰਨਾ ਚਿਰ ਮੇਰਾ ਸਰੀਰ ਹੈ ਮੈਥੋਂ ਪਰਮੇਸ਼ਰ ਦਾ ਭਜਨ ਹੁੰਦਾ ਰਹੇ। ਵਾਹਿਗੁਰੂ ਵਾਹਿਗੁਰੂ ਮੈਂ ਜਪਦਾ ਰਹਾਂ, ਮਹਾਂਪੁਰਖਾਂ ਦੀ ਸੰਗਤ ਕਰਦਾ ਰਹਾਂ, ਤੀਰਥ ਯਾਤਰਾ ਕਰਨੀ, ਪਰਉਪਕਾਰ ਕਰਨਾ, ਇਹ ਸ਼ੁਭ ਇੱਛਾ ਪਹਿਲੀ ਭੂਮਿਕਾ ਹੈ, ਪਹਿਲਾ ਡੰਡਾ ਧਰਮ ਦੀ ਪੌੜੀ ਦਾ। ਜੇ ਸ਼ੁਭ ਇੱਛਾ ਹੀ ਨਹੀਂ ਜਾਗੀ, ਪਹਿਲਾ ਡੰਡਾ ਹੀ ਨਹੀਂ ਪ੍ਰਾਪਤ ਹੋਇਆ, ਤਾਂ ਫਿਰ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦਾ। ਪਰਮੇਸ਼ਰ ਦੀ ਜਿਹੜੀ ਸਿਫਤ ਹੈ ਕਥਾ ਦੁਆਰਾ, ਕੀਰਤਨ ਦੁਆਰਾ ਸੁਣਦਿਆਂ ਮਨ 'ਚ ਖੜਾ ਆਉਣਾ, ਇਹ ਹੈ ਪਹਿਲਾ ਡੰਡਾ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਾ, ਪੰਥ ਨਿਹਾਰਿਆ ਕਾਮਨੀ। ਜਿਹੜੀ ਕਾਮਣੀ ਇਸਤਰੀ ਹੈ ਨਾ, ਆਪਣੇ ਪਤੀ ਦਾ ਰਾਹ ਵੇਖਦੀ ਹੈ, ਤੇ ਅਵਸਥਾ ਉਹਦੀ ਕੀ ਹੁੰਦੀ ਹੈ? ਲੋਚਨ ਭਰੀ ਲੈ ਉਸਾਸਾ, ਨੇਤਰ ਭਰ ਆਉਂਦੇ ਉਹਦੇ ਵਿਰਾਗ ਨਾਲ, ਸਵਾਸ ਲੈਂਦੀ ਹੈ ਲੰਮੇ ਲੰਮੇ। ਇਸ ਤਰ੍ਹਾਂ ਜਿਹਨੂੰ ਵਾਹਿਗੁਰੂ ਨਾਲ ਮਿਲਣ ਦੀ ਇੱਛਾ, ਇਹ ਪਹਿਲਾ ਡੰਡਾ ਹੈ ਪੌੜੀ ਦਾ। ਤੇ ਜਦੋਂ ਇਹ ਪਹਿਲਾ ਡੰਡਾ ਪ੍ਰਾਪਤ ਹੁੰਦਾ, ਫਿਰ ਦੂਸਰਾ ਹੈ ਸੋ ਵਿਚਾਰਨਾ, ਸ੍ਰੇਸ਼ਟ ਵਿਚਾਰ ਪ੍ਰਾਪਤ ਹੋਣੀ, ਸ਼ੁਭ ਵਿਚਾਰ ਜਿਹਨੂੰ ਕਹਿੰਦੇ ਆ। ਮੇਰਾ ਅਸਲ ਰੂਪ ਕੀ ਹੈ, ਸੰਸਾਰ ਕੀ ਹੈ, ਬ੍ਰਹਮ ਕੀ ਹੈ, ਇਸ ਪ੍ਰਕਾਰ ਦੀ ਸ਼ੁਭ ਵਿਚਾਰ ਫੁਰਦੀ ਰਹਿਣੀ ਕਿ ਮੈਂ ਕੌਣ ਹਾਂ? ਮੈਂ ਦੇਹ ਹਾਂ, ਮੈਂ ਮਨ ਹਾਂ, ਮੈਂ ਕਾਰਨ ਸਰੀਰ ਹਾਂ, ਕਿ ਜਾਂ ਮੈਂ ਸੂਖਮ ਸਰੀਰ ਹਾਂ? ਮੈਂ ਕੀ ਹਾਂ? ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੱਸਦੇ ਫਿਰ ਵੀ ਇਹ ਸਰੀਰ ਕੀ ਹੈ। ਮਹਾਰਾਜ ਕਹਿੰਦੇ, ਸਾਧੋ ਇਹੋ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ ਸ਼ੁਭ ਵਿਚਾਰਨਾ, ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ, ਉਹਨੂੰ ਸੱਚਾ ਪਛਾਨਣਾ ਕਰੋ। ਇਹ ਸ੍ਰੇਸ਼ਟ ਵਿਚਾਰ ਨਾਮ ਨੂੰ, ਆਪਣੀ ਸਤ ਚਿੱਤ ਆਨੰਦ ਸਰੂਪ ਨੂੰ, ਸਦਾ ਰਹਿਣ ਵਾਲੇ ਸਰੂਪ ਨੂੰ ਪਹਿਚਾਨਣ ਲੱਗ ਪੈਣਾ, ਸ਼ੁਭ ਵਿਚਾਰ ਅੰਦਰ ਪ੍ਰਾਪਤ ਹੋ ਜਾਣੀ। ਫਿਰ ਤੀਸਰਾ ਡੰਡਾ ਮੰਨਿਆ ਜਾਂਦਾ ਹੈ ਤਨੂ ਮਾਨਸਾ। ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਉਹ ਸੂਖਮ ਹੋ ਜਾਣੀਆਂ, ਭਾਵ ਰੁਕ ਜਾਣੀਆਂ, ਪਤਲੀਆਂ ਪੈ ਜਾਣੀਆਂ, ਕਾਮ ਕ੍ਰੋਧ ਫਿਰਨੋਂ ਹਟ ਜਾਣੇ। ਇਹਨੂੰ ਕਹਿੰਦੇ ਆ ਤੀਸਰੀ ਜਿਹੜੀ ਅਵਸਥਾ, ਭਾਵ ਤੀਸਰਾ ਡੰਡਾ। ਤੇ ਚੌਥਾ ਉਹਨੂੰ ਕਹਿੰਦੇ ਆ ਸਤਵਾ ਪਤ। ਇਹ ਨਾਮ ਮਹਿੰਗੇ ਆ ਪਰ ਸੁਣਨ ਚ ਤੁਹਾਨੂੰ ਸੁਖੈਨ ਤੇ ਸਮਝ ਲੱਗੂਗੇ। ਜਿਵੇਂ ਸੁੱਤਾ ਪਿਆ ਆਦਮੀ ਜਦੋਂ ਜਾਗ ਪਵੇ, ਜਾਗੇ ਹੋਏ ਨੂੰ ਸਾਰਾ ਗਿਆਨ ਹੋ ਜਾਂਦਾ, ਭਾਵ ਜਿਹੜਾ ਹੈ ਉਹ ਸਾਰਾ ਭਾਵ ਉਹਨੂੰ ਫੁਰਨ ਲੱਗ ਜਾਂਦਾ। ਇਉਂ ਸਤ ਸਰੂਪ ਦਾ ਯਥਾਰਥ ਗਿਆਨ ਪ੍ਰਾਪਤੀ ਹੋ ਜਾਣੀ, ਇਹ ਅਵਸਥਾ ਗਿਆਨ ਦੀ ਅਵਸਥਾ, ਜੋ ਜਾਗਰਤ ਅਵਸਥਾ ਦੀ ਨਿਆਈ ਹੈ। ਸਾਰਾ ਸੰਸਾਰ ਆਤਮਾ ਰੂਪ ਪ੍ਰਤੀਤ ਹੋਣ ਲੱਗ ਜਾਣਾ, ਸਮੁੰਦਰ ਦੀਆਂ ਲਹਿਰਾਂ ਝੱਗ ਬੁੱਧ ਜਲ ਰੂਪ ਹੀ ਹੈ। ਆਪਣਾ ਆਪ ਦਾ ਗਿਆਨ ਫੁਰ ਆਉਣਾ, ਇਹ ਚੌਥਾ ਡੰਡਾ ਹੈ। ਜਲ ਤੇ ਤਰੰਗ ਅਰ ਫੇਨ ਬੁੱਧ ਬਦਾ, ਜਲ ਤੇ ਭਿੰਨ ਨਾ ਹੋਈ, ਜਲ ਦੀ ਤਰੰਗ ਲਹਿਰ, ਫੇਨ ਝੱਗ ਤੇ ਬੁਲਬੁਲਾ ਜਲ ਤੋਂ ਭਿੰਨ ਨਹੀਂ। ਇਹ ਸਰੀਰ ਲਹਿਰ ਦੀ ਨਿਆਈ, ਤੇ ਫੇਨ ਜਿਹੜੀ ਝੱਗ ਵੈ ਇਹ ਸੰਸਾਰ, ਤੇ ਜਿਹੜਾ ਇਸ ਪ੍ਰਕਾਰ ਬੁਲਬੁਲੇ ਦੀ ਨਿਆਈ ਇਹ ਸਰੀਰ ਹੈ, ਤੇ ਜਿਹੜੀਆਂ ਇਸ ਪ੍ਰਕਾਰ ਇਹ ਦੇਹਾਂ ਪ੍ਰਤੀਤ ਹੁੰਦੀਆਂ ਇਹ ਜਲ ਬ੍ਰਹਮ ਰੂਪ ਹੈ, ਇਹ ਤੋਂ ਭਿੰਨ ਨਹੀਂ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਇਹ ਸਤਵਾ ਪਦ ਪ੍ਰਕਾਸ਼ ਹੋ ਜਾਂਦਾ। ਪੰਜਵਾਂ ਡੰਡਾ ਅਸੰਸਕਤ, ਹੰਕਾਰ ਮੋਹ, ਇਹ ਜੋ ਇਹਦੀ ਅੰਦਰੋਂ ਨਿਵਰਤੀ ਹੋ ਜਾਣੀ। ਜਿਵੇਂ ਸੁਪਨੇ ਦੇ ਪਦਾਰਥ ਜਾਗ ਕੇ ਸੱਚੇ ਨਹੀਂ ਮੰਨਦੇ ਨਾ, ਪੰਜਵੀਂ ਭੂਮਿਕਾ ਦੀ ਪ੍ਰਾਪਤੀ ਵਾਲੇ ਜੀਵਨ ਮੁਕਤ ਨੂੰ
ਸੰਸਾਰ ਸੁਪਨੇ ਦੀ ਨਿਆਈ ਪ੍ਰਤੀਤ ਹੋਣ ਲੱਗ ਜਾਂਦਾ। ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸੰਸਾਰ ਸੁਪਨੇ ਦੀ ਨਿਆਈ ਪ੍ਰਤੀਤ ਹੋਣ ਲੱਗ ਜਾਣਾ। ਇਹ ਹੈ ਅਸੰਸਕਤ ਪੰਜਵਾਂ ਡੰਡਾ। ਛੇਵਾਂ ਡੰਡਾ ਪਦਾਰਥਾ ਭਾਵਨੀ। ਜਿਵੇਂ ਸੁਖੋਪਤ ਅਵਸਥਾ ਵਿੱਚ ਸਾਰੇ ਪਦਾਰਥ ਮਿਟ ਜਾਂਦੇ ਹਨ, ਜਦੋਂ ਗਾੜੀ ਨੀਂਦ ਚ ਸੌ ਜਾਂਦਾ ਕੁਛ ਚੇਤਾ ਥੋੜਾ ਹੁੰਦਾ ਉਹਨੂੰ, ਭਾਵੇਂ ਕੋਈ ਲਾਗੋਂ ਜੁੱਤੀ ਚੁੱਕ ਕੇ ਲੈ ਜੇ, ਪੱਗ ਲਾ ਕੇ ਲੈ ਜੇ, ਪਤਾ ਹੀ ਨਹੀਂ ਹੁੰਦਾ ਸੁਖੋਪਤ ਅਵਸਥਾ ਚ। ਇਸ ਪ੍ਰਕਾਰ ਇਸ ਵਿੱਚ ਸਭ ਪਦਾਰਥ ਦਾ ਚੇਤਾ ਭੁੱਲ ਜਾਂਦਾ ਹੈ, ਸਭ ਸੰਸਾਰ ਜੋ ਸਭ ਚੇਤਾ ਭੁੱਲ ਜਾਂਦਾ ਹੈ। ਪਦਾਰਥਾ ਭਾਵਨੀ ਭੂਮਿਕਾ ਹੈ, ਸੁਖੋਪਤ ਅਵਸਥਾ ਦੀ ਨਿਆਈ ਹੈ। ਉਹਨੂੰ ਕਹਿੰਦੇ ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿਭਵਨ ਸੁਨਮ ਸੁਨੰਗ। ਚੌਥਾ ਸੁਨਣਾ ਜੋ ਨਰ ਜਾਣੈ ਤਾ ਕੋ ਪਾਪ ਨ ਪੁੰਨੰ। ਹਾਂਜੀ, ਇਹ ਛੇਵਾਂ ਡੰਡਾ ਹੈ। ਸਤਵਾਂ ਡੰਡਾ ਜਿੱਥੇ ਅਖੀਰਲਾ ਡੰਡਾ ਤੁਰਿਆ ਪਦ ਬ੍ਰਹਮ ਗਿਆਨ ਚੜੀਏ ਹੋਏ 21। ਇੱਥੇ ਫਿਰ ਤੁਰਿਆ ਪਦ ਵਿੱਚ ਜੋ ਭਾਈ ਪਾਰੋ ਜੀ ਦੀ ਅਵਸਥਾ ਸੀ, ਜਿਹੜੀ ਮਹਾਰਾਜ ਦੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਿਆਈ ਤਿਲਕ ਦਿੱਤਾ ਸੀ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੋਇਰ ਜੀ ਉਹਨਾਂ ਦਾ ਨਾਮ ਸੀ ਪਹਿਲਾ। ਤੁਰਿਆ ਪਦ ਵਿੱਚ ਜਾਗਰਤ ਸੁਪਨ ਸੁਖੋਪਤ ਇਹਨਾਂ ਤਿੰਨਾਂ ਅਵਸਥਾ ਦਾ ਹੋਣਾ ਜਾਂ ਨਾ ਹੋਣਾ ਨਿਰਵਿਰਤ ਹੋ ਜਾਂਦਾ ਹੈ। ਭਾਵ ਅਭਾਵ ਕੁਝ ਵੀ ਪ੍ਰਤੀਤ ਨਹੀਂ ਹੁੰਦਾ, ਇਹਦਾ ਵਿਸਥਾਰ ਨਹੀਂ ਕੀਤਾ ਜਾਂਦਾ। ਇੱਥੇ ਤੇ ਬਸ ਇੰਨਾ ਕਿਹਾ ਜਾ ਸਕਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਾਹਰ ਭੀਤਰ ਏਕੋ ਜਾਨੋ ਇਹੋ ਗੁਰੂ ਗਿਆਨ ਬਤਾਈ। ਇਹ ਗਿਆਨ ਗੁਰੂ ਸਾਹਿਬ ਜੀ ਦੱਸਦੇ ਆ। ਇਹ ਭਗਤ ਕਹਿੰਦੇ ਆ ਕਹੀ ਨਾ ਉਪਜਾ ਉਪਜੀ ਜਾਣੈ ਭਾਵ ਅਭਾਵ ਵਿਹੂਣਾ। ਨਾ ਭਾਵ ਨਾ ਅਭਾਵ, ਨਾ ਹੋਣਾ ਨਾ ਹੋਣਾ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਤੁਰਿਆ ਪਦ ਹੈ, ਅਖੀਰਲਾ ਡੰਡਾ। ਤੇ ਇੱਥੇ ਜਦੋਂ ਜਾ ਚੜੀਦਾ ਹੈ, ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਅੰਦਰ ਅਭੇਦਤਾ ਦੀ ਜਿਹੜੀ ਦਾਤ ਹੈ ਨਾ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੁੰਦੀ ਹੈ। ਐਸੀ ਬਖਸ਼ਿਸ਼ ਇਹ 7 ਜਿਹੜੀਆਂ ਨਾ ਡੰਡੇ ਮੰਨੇ ਆ ਧਰਮ ਦੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਤੇ ਫਿਰ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਇੱਕ ਵਾਹਿਗੁਰੂ ਦੇ ਨਾਮ ਨੂੰ ਲੱਖਾਂ ਲੱਖਾਂ ਵਾਰ ਆਪਣੇ ਮੁਖ ਤੋਂ ਆਖਣਾ ਕਰੀਏ, ਇਹ ਸ਼੍ਰੋਮਣੀ ਰਾਹ ਹੈ। ਇਹ ਤਰਾਹ ਪਤ ਪਵੜੀਐ ਚੜੀਏ ਹੋਏ 21। ਮਹਾਰਾਜ ਕਹਿੰਦੇ ਇਸ ਰਾਹ ਦੇ ਉੱਤੇ ਚੜੀਏ, ਚੱਲੀਏ, ਇਹ ਧਰਮ ਦੀਆਂ ਪੌੜੀਆਂ ਦੇ ਡੰਡੇ ਜਿਹੜੇ ਦੱਸੇ ਚੜੀਏ, ਤੇ ਫਿਰ ਚੜ ਕੇ ਪੌੜੀ ਜਿਹੜੀ ਹੈ ਨਾ ਉਹ ਥੱਲੇ ਵੀ ਲੱਗੀ ਹੁੰਦੀ ਹੈ ਤੇ ਉੱਤੇ ਛੱਤ ਤੇ ਵੀ ਲੱਗੀ ਹੁੰਦੀ ਹੈ। ਪੌੜੀ ਕੌਣ ਹੈ ਇਸ ਸੰਸਾਰ ਦੇ ਅੰਦਰ? ਧਰਮ ਦੇ ਡੰਡੇ ਦੇਣ ਵਾਲੇ ਕੌਣ ਹੈ ਇਸ ਸੰਸਾਰ ਦੇ ਅੰਦਰ? ਗੁਰ ਪੌੜੀ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਓ। ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਪੌੜੀ ਹੈ, ਜਿਸ ਪੌੜੀ ਦੇ ਉੱਤੇ ਚੜ ਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਨਿਰੰਕਾਰ ਤੱਕ ਜੀਵ ਦੀ ਪਹੁੰਚ ਹੋ ਜਾਂਦੀ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਸੁਣ ਗੱਲਾਂ ਆਕਾਸ਼ ਕੀ। ਜਿਹੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿੱਦਾਂ ਜਿਹੜੇ ਕਮਾਈ ਆਪ ਆਪਣੇ ਜਿਹੜੀ ਆ ਉਹ ਨਹੀਂ ਕਰਦੇ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਆਕਾਸ਼ ਦੀਆਂ ਗੱਲਾਂ ਜਿਹੜੀਆਂ ਹਨ ਉਹ ਸੁਣ ਕਰਕੇ, ਜਿਵੇਂ ਕੋਈ ਪ੍ਰੀਤ ਲਾ ਕਰਕੇ ਨਾਮ ਨੂੰ ਜਪ ਤਾਂ ਨਹੀਂ ਸਕਿਆ, ਪਰ ਉਹ ਰੀਸ ਕਰਨ ਲੱਗ ਜਾਵੇ, ਦਿਖਾਵਾ ਕਰਨ ਲੱਗ ਜਾਵੇ, ਪਰ ਦਿਖਾਵਾ ਤਾਂ ਜਿਹੜਾ ਹੈ ਉਹ ਪੂਰਾ ਨਹੀਂ ਨਾ ਪੁੱਜ ਸਕਦਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਗੁਰਮੁਖਾਂ ਦੇ ਵਾਹਿਗੁਰੂ ਦੇ ਦਰ ਪਹੁੰਚਣ ਵਾਲੀਆਂ ਅਰਸੀ ਗੱਲਾਂ ਜਿਹੜੀਆਂ ਸੁਣ ਗੱਲਾਂ ਆਕਾਸ਼ ਦੀ, ਆਕਾਸ਼ ਦੀਆਂ ਗੱਲਾਂ ਕੀ, ਬ੍ਰਹਮ ਗਿਆਨ ਦੀਆਂ ਗੱਲਾਂ, ਤੁਰਿਆ ਪਦ ਦੀਆਂ ਗੱਲਾਂ, ਇਹ ਜਿਹੜੀਆਂ ਆਪਾਂ ਕੀਤੀਆਂ ਹਨ। ਤੇ ਇਹ ਗੱਲਾਂ ਨੂੰ ਸੁਣ ਕਰਕੇ ਤੇ ਬਾਹਰੋਂ ਦਿਖਾਵਾ ਬਣਾ ਲੇ, ਤੇ ਬਾਹਰੋਂ ਮਾਲਾ ਧਾਰਨ ਕਰ ਲੇ, ਬਾਹਰੋਂ ਸੰਤਾਂ ਵਾਲਾ ਲਿਬਾਸ ਪਾ ਲਵੇ, ਤੇ ਬਾਹਰੀ ਪ੍ਰਕਿਰਿਆ ਬਣਾਉਣ ਨਾਲ ਤਾਂ ਪਰਮੇਸ਼ਰ ਨਹੀਂ ਨਾ ਮਿਲੂਗਾ।
ਗੁਰਸਿੱਖਾਂ ਦੇ ਵਾਹਿਗੁਰੂ ਦਰ ਦੇ ਉੱਤੇ ਪਹੁੰਚਣ ਵਾਲੀਆਂ, ਅੱਪੜ ਪੈਣ ਵਾਲੀਆਂ ਜਿਹੜੀਆਂ ਗੱਲਾਂ ਨੇ, ਅਰਸੀ ਗੱਲਾਂ ਬ੍ਰਹਮ ਗਿਆਨ ਦੀਆਂ, ਨਾਮ ਅਭਿਆਸ ਤੇ ਬਲ ਤੋਂ ਜਿਹੜਾ ਸਖਣਾ ਹੈ, ਕਥਨੀ ਮਾਤਰ ਜਿਹੜੇ ਖੰਭਾਂ ਵਾਲੇ ਆ, ਭਾਵ ਨਾਮ ਦੇ ਖੰਭ ਨਹੀਂ ਹੈਗੇ, ਕਥਨੀ ਵਾਲੇ ਬਸ ਕਥਨ ਹੀ ਕਰਦੇ ਆ, ਉਹ ਜਿਹੜੇ ਕੀੜਿਆਂ ਦੀ ਨਿਆਈ ਕਮਜ਼ੋਰ ਹੈ, ਉਹਨਾਂ ਨੂੰ ਰੀਸ ਆ ਜਾਂਦੀ ਹੈ, ਲੈ ਵੱਡੇ ਬ੍ਰਹਮ ਗਿਆਨੀ ਬਣੇ ਫਿਰਦੇ ਆ, ਅਸੀਂ ਵੀ ਇਹੋ ਜਿਹੇ ਹੋ ਸਕਦੇ ਆ ਕਿ ਅਸੀਂ ਵੀ ਇਹ ਖੰਭਾਂ ਨਾਲ ਲੈ ਸਿਮਰਨ ਹੀ ਨਹੀਂ ਕਰ ਸਕਦੇ, ਅਸੀਂ ਵੀ ਉੱਡ ਕੇ ਪਹੁੰਚ ਸਕਦੇ ਹਾਂ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਭਾਈ, ਜਿਨ੍ਹਾਂ ਦੀ ਬਿਰਤੀ ਕੂੜੀ ਕੂੜਾ ਠੀਸ ਝੂਠਿਆਂ ਪਦਾਰਥਾਂ ਵਿੱਚ ਲੱਗੀ ਹੋਈ ਹੈ, ਜਿਹੜੇ ਕੂੜੇ ਪਦਾਰਥ ਆ ਨਾ ਉਹਨਾਂ ਵਿੱਚ ਲੱਗੀ ਹੋਈ ਹੈ, ਕੂੜੇ ਪੁਰਖਾਂ ਦੀਆਂ ਇਹ ਕੂੜੀਆਂ ਹੀ ਗੱਲਾਂ, ਝੂਠੀਆਂ ਹੀ ਗੱਲਾਂ, ਜਗਤ ਦੇ ਈਸ਼ ਨੂੰ ਤਾਂ ਉਸ ਦੀ ਨਦਰ ਮਿਹਰ ਨਾਲ ਹੀ ਪਾਈਦਾ, ਜਿਹਦੇ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰਦਾ, ਨਾਨਕ ਨਦਰੀ ਪਾਈ ਹੈ, ਵਾਹਿਗੁਰੂ ਦੀ ਮਿਹਰ ਦੀ ਨਿਗਾਹ ਨਾਲ ਪ੍ਰਾਪਤ ਹੁੰਦਾ ਹੈ, ਆਪ ਹੀ ਪਰਮੇਸ਼ਰ ਗੁਰੂ ਜੀ ਦੀ ਮਿਹਰ ਦੀ ਨਿਗਾਹ ਨਾਲ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ ਜਦੋਂ ਆਪਣੀ ਮਿਹਰ ਦੀ ਨਦਰ ਕਰਦਾ ਨਾ ਪਰਮੇਸ਼ਰ, ਤਾਂ ਹੀ ਭਾਈ ਉਹਦੇ ਸਰੂਪ ਦੇ ਆਨੰਦ ਨੂੰ ਪਾਈਦਾ, ਕੂੜੀ ਕੂੜਾ ਠੀਸ ਨਹੀਂ ਤਾਂ ਮਹਾਰਾਜ ਕਹਿੰਦੇ ਗੱਪੀਆਂ ਦੀਆਂ ਭਾਈ ਗੱਪਾਂ ਹੀ ਆ, ਉਹ ਗੱਪਾਂ ਹੀ ਮਾਰਦੇ ਰਹਿੰਦੇ ਆ, ਗੱਲਾਂ ਹੀ ਕਰਦੇ ਰਹਿੰਦੇ ਆ, ਹੋਰ ਉਹਨਾਂ ਦੇ ਪੱਲੇ ਮਹਾਰਾਜ ਕਹਿੰਦੇ ਭਾਈ ਕੁਛ ਨਹੀਂ ਹੁੰਦਾ, ਝੂਠ ਹੀ ਬੋਲਦੇ ਰਹਿੰਦੇ ਆ ਜੀ, ਮੇਰੀ ਸੁਰਤ ਬੜੀ ਟਿਕਦੀ ਆ। ਉਹ ਕਈ ਕੇਸ ਨਹੀਂ ਰੱਖੇ ਹੁੰਦੇ, ਮਾਫ ਕਰਨਾ, ਉਦਾਂ ਇਹ ਤੁਸੀਂ ਸੁਣ ਕੇ ਨਾ ਮਨ 'ਚ ਮਹਿਸੂਸ ਕਰਿਓ, ਪਰ ਜਿਹੜਾ ਹੈ ਉਹ ਕੇਸ ਰੱਖੇ ਨਹੀਂ ਹੁੰਦੇ, ਤੇ ਕਹਿੰਦੇ ਆ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਹੁੰਦਾ। ਤੇ ਪੰਜਾਬ 'ਚ ਬੜੇ ਪਹਿਲੋਂ ਰਿਵਾਜ ਚੱਲੇ ਸੀ, ਉਹ ਕਈ ਬੀਬੀਆਂ ਉਹ ਭੂਤਾਂ ਦੀਆਂ ਚੌਂਕੀਆਂ ਜੀਆਂ ਕੱਢਦੀਆਂ ਸੀ, ਉਹ ਭੂਤ ਪ੍ਰੇਤ ਸਿਰ ਮਾਰਨ ਲੱਗ ਜਾਂਦੀਆਂ, ਤੇ ਕਹਿੰਦੇ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਦੀ ਚੌਂਕੀ ਆਉਂਦੀ ਹੈ। ਹਾਂਜੀ, ਵੇਖੋ ਝੂਠੀਆਂ ਹੀ ਗੱਪਾਂ ਹੀ ਮਾਰੀ ਜਾਂਦੇ। ਇੱਕ ਵਾਰੀ ਕੋਈ ਬੀਬੀ ਸੀਗੀ ਉੱਥੇ ਬਟਾਲੇ ਦੇ ਲਾਗੇ, ਉਹਨੂੰ ਬੜਾ ਉਹਦਾ ਆਲੇ ਦੁਆਲੇ ਲੋਕ ਉਹਦੇ ਚੁੰਗਲ 'ਚ ਫਸੇ ਸੀਗੇ, ਬਾਹਲੀ ਜ਼ਿਆਦੀ ਉਹਦੀ ਮਾਨਤਾ ਕਰਦੇ ਸੀ, ਤੇ ਕਹਿੰਦੇ ਇਹਨੂੰ ਬਾਬਾ ਦੀਪ ਸਿੰਘ ਸਾਹਿਬ ਦੀ ਚੌਂਕੀ ਆਉਂਦੀ ਹੈ। ਤੇ ਕਿਤੇ ਉਹ ਨਗਰ ਕੀਰਤਨ ਕੱਢਦੀ, ਏਡਾ ਹੌਸਲਾ ਪਿਆ ਉਹਦਾ, ਤੇ ਉਹ ਮਹਿਤੇ ਆ ਗਈ, ਮਹਿਤੇ ਆ ਗਈ, ਤੇ ਉਹ ਆਪਣਾ ਸਿੰਘਾਂ ਨੂੰ ਪਤਾ ਲੱਗ ਗਿਆ ਵੀ, ਉਹ ਦੱਸਿਆ ਗਿਆ ਇਹਨੂੰ ਬਾਬਾ ਦੀਪ ਸਿੰਘ ਸਾਹਿਬ ਦੀ ਚੌਂਕੀ ਆਉਂਦੀ, ਤਾਂ ਇੱਥੇ ਲੈ ਕੇ ਆਈ ਹੈ। ਤੇ ਉਹਨੂੰ, ਤੇ ਜੇ ਉੱਥੋਂ ਚੱਲ ਜਾਂਦੀ ਤੇ ਫਿਰ ਤਾਂ ਰੌਲਾ ਪੈ ਜਾਣਾ ਸੀ ਕਿ ਲਓ ਜੀ ਟਕਸਾਲ 'ਚ ਵੀ ਜਾ ਕੇ ਆਈ ਹੈ, ਤੇ ਇਹਨੂੰ ਬਾਬਾ ਦੀਪ ਸਿੰਘ ਸਾਹਿਬ ਦੀ ਸੱਚੀ ਚੌਂਕੀ ਆਉਂਦੀ ਹੈ। ਤੇ ਉਹ ਹੈ ਵੀ ਬੀਬੀ, ਹੁਣ ਉਹਨੂੰ ਕਹੀਏ ਵੀ ਕੀ। ਤੇ ਸਿੰਘਾਂ ਨੇ ਫਿਰ ਗੁਰਮਤਾ ਕੀਤਾ, ਕਹਿੰਦੇ ਵੀ ਬੀਬੀ ਜੀ ਤੁਹਾਨੂੰ ਫਿਰ ਬਾਬਾ ਦੀਪ ਸਿੰਘ ਸਾਹਿਬ ਦੀ ਚੌਂਕੀ ਆਉਂਦੀ? ਕਹਿੰਦੀ ਹਾਂ। ਕਹਿੰਦੇ ਫਿਰ ਟਕਸਾਲ ਦੇ ਪਹਿਲੇ ਮੁਖੀ ਆ, ਤੇ ਤੁਸੀਂ ਤੇ ਫਿਰ ਇੱਥੇ ਰਹੋ, ਹੁਣ ਤੁਹਾਨੂੰ ਜਾਣ ਨਹੀਂ ਦੇਣਾ। ਤੇ ਉਹ ਜਦੋਂ ਬੀਬੀ ਨੇ ਵੇਖਿਆ ਵੀ ਸਿੰਘ ਤਾਂ ਮੈਨੂੰ ਇੱਥੇ ਰੱਖ ਲੈਣਾ ਇਹਨਾਂ ਨੇ, ਤੇ ਉਹ ਹੱਥ ਜੋੜਨ ਲੱਗ ਪਈ, ਨਹੀਂ ਕਹਿੰਦੀ ਮੈਨੂੰ ਕੋਈ ਚੌਂਕੀ ਨਹੀਂ ਆਉਂਦੀ। ਪਖੰਡ ਬਣਾਇਆ, ਜਾਨ ਛਡਾ ਕੇ ਫਿਰ ਉੱਥੋਂ ਉਹਦੇ ਚੇਲੇ ਜਿਹੜੇ ਸੀ ਨਾਲ ਉਹਨੂੰ ਲੈ ਗਏ। ਤੇ ਇਹ ਝੂਠਿਆਂ ਦੀਆਂ ਝੂਠੀਆਂ ਗੱਲਾਂ, ਜਿੰਨਾ ਚਿਰ ਮਨ ਦੇ ਵਿੱਚ ਪਿਆਰ ਲਾ ਕੇ ਨਾਮ ਨਹੀਂ ਜਪਿਆ, ਉਹਨਾਂ ਚਿਰ ਕੋਈ ਪ੍ਰਾਪਤੀ ਨਹੀਂ। ਤੇ ਜਿਹਨੂੰ ਪ੍ਰਾਪਤੀ ਹੋ ਜਾਂਦੀ ਹੈ, ਗੁਰਬਾਣੀ ਦੇ ਅੰਦਰ ਪ੍ਰਮਾਣ ਦਿੱਤੇ ਆ, ਕਹਿ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਕਬੀਰ ਜੀ ਕਹਿੰਦੇ ਜਿਹੜਾ ਛੂਛਾ ਖਾਲੀ ਘੜਾ ਹੁੰਦਾ ਨਾ, ਉਹਦੇ ਬਾਹਰ ਆਵਾਜ਼ ਮਾਰੋ ਤੇ ਉਹ ਟਣਕਦਾ, ਤੇ ਜੇ ਭਰਿਆ ਵਾ ਤੇ ਉਹਦੇ ਤੇ ਹੱਥ ਮਾਰੋ, ਉਹ ਨਹੀਂ ਆਵਾਜ਼ ਦੇਣੀ। ਜਿਵੇਂ ਜਿਹੜੇ ਸੰਤ ਪੂਰਨ ਮਹਾਂਪੁਰਖ, ਉਹਨਾਂ ਨੇ ਕਹੋ ਜੀ ਤੁਸੀਂ ਬ੍ਰਹਮ ਗਿਆਨੀ ਆ, ਉਹ ਕਹਿੰਦੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਵ, ਗਲੇ ਹਮਾਰੇ ਜੇਵਰੀ ਜਹ ਖਿੰਚਾ ਤਹ ਜਾਓ। ਉਹਨਾਂ ਨੂੰ ਕੀ ਸੰਸਾਰ ਦੇ ਮਾਣ ਦੀ ਲੋੜ ਹੈ? ਮਹਾਰਾਜ ਕਹਿੰਦੇ ਸੁਣ ਗੱਲਾਂ ਆਕਾਸ਼ ਕੀ, ਸੁਣ ਕੇ ਨਾ ਆਕਾਸ਼ ਦੀਆਂ ਅਰਸੀ ਗੱਲਾਂ, ਬ੍ਰਹਮ ਗਿਆਨ ਦੀਆਂ ਗੱਲਾਂ, ਜਿਹੜੇ ਕੋਈ ਸਾਧਨਾ ਤੋਂ ਵੀ ਹੀਣੇ ਆ, ਕੀੜਿਆਂ ਦੀ ਨਿਆਈ ਕਮਜ਼ੋਰ ਵਾ, ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਵੀ ਨਾ ਉਹ ਰੀਸ ਆ ਜਾਂਦੀ, ਫਿਰ ਰੀਸ ਕਰਨ ਲੱਗ ਜਾਂਦੇ ਆ ਮਹਾਤਮਾ ਦੀ, ਮਹਾਂਪੁਰਖਾਂ ਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਭਾਈ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਦਾ ਪਿਆਰ ਲੱਗਿਆ ਹੋਇਆ, ਉਹਨਾਂ ਦੀ ਬਰਾਬਰਤਾ ਕਿਵੇਂ ਕੋਈ ਕਰ ਸਕਦਾ ਹੈ? ਮਹਾਰਾਜ ਨੇ ਕਿਹਾ ਨਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਉਹ ਗੱਲਾਂ ਨਾਲ ਤੇ ਬੜੇ ਚੰਗੇ ਬ੍ਰਹਮ ਗਿਆਨੀ ਪ੍ਰਤੀਤ ਹੋਣਗੇ, ਗੱਲਾਂ ਨਾਲ ਤੇ ਪਹਾੜ ਹੀ ਢਾ ਦੇਣਗੇ, ਪਰ ਆਚਾਰ ਨਹੀਂ ਚੰਗੇ, ਬੁਰੇ ਆ ਆਚਾਰ।
ਤੇ ਮਹਾਰਾਜ ਕਹਿੰਦੇ ਰੀਸਾਂ ਕਰੇ ਤਨਾੜੀਆਂ, ਜੋ ਸੇਵਾਦਾਰ ਖੜੀਆਂ ਉਹਨਾਂ ਦੀਆਂ ਰੀਸਾਂ ਕਰਦੇ, ਜੋ ਹਰ ਵੇਲੇ ਸਮੈਦ ਚਿੱਤ ਵਾਹਿਗੁਰੂ ਦੇ ਅੱਗੇ ਹੱਥ ਜੋੜ ਕੇ, ਮਨ ਤੇ ਬੁੱਧ ਰੂਪੀ ਹੱਥ ਜੋੜ ਕੇ ਪਿਆਰ ਨਾਲ ਸਦਾ ਹੀ ਝੁਕੇ ਰਹਿੰਦੇ। ਤੇ ਉਹਨਾਂ ਦੀ ਰੀਸ ਕਿਵੇਂ ਕੋਈ ਕਰ ਸਕਦਾ? ਉਹਨਾਂ ਦੀ ਰੀਸ ਨਹੀਂ ਕੀਤੀ ਜਾ ਸਕਦੀ। ਮਹਾਰਾਜ ਜੀ ਕਹਿੰਦੇ ਜੇ ਕੋਈ ਕਰਨ ਪੈਂਦਾ ਤੇ ਭਾਈ ਕੂੜੀ ਕੂੜਾ ਠੀਸ, ਉਹ ਕੂੜਿਆਂ ਦੀਆਂ ਝੂਠੀਆਂ ਹੀ ਗੱਪਾਂ ਹੀ ਹੁੰਦੀਆਂ, ਕੁਛ ਨਹੀਂ ਉਹਨਾਂ ਦੀਆਂ ਗੱਲਾਂ 'ਚ ਪ੍ਰਾਪਤ ਹੁੰਦਾ। ਵਾਹਿਗੁਰੂ ਨੂੰ ਪ੍ਰਾਪਤ ਤਾਂ ਮਹਾਰਾਜ ਕਹਿੰਦੇ ਸਿੱਧੋ ਨਾਨਕ ਨਦਰੀ ਪਾਈ ਹੈ। ਵਾਹਿਗੁਰੂ ਦੀ ਮਿਹਰ ਦੀ ਨਿਗਾਹ ਦੇ ਨਾਲ ਵਾਹਿਗੁਰੂ ਨੂੰ ਪਾਇਆ ਜਾਂਦਾ। ਉਸ ਤਰ੍ਹਾਂ ਨਹੀਂ ਵਾਹਿਗੁਰੂ ਜੀ ਪ੍ਰਾਪਤ ਹੁੰਦੇ। ਉੱਥੇ ਦੂਜਾ ਬਣ ਕੇ ਨਹੀਂ ਕੋਈ ਪਹੁੰਚ ਸਕਦਾ। ਵਾਹਿਗੁਰੂ ਦੇ ਤੱਕ ਤਾਂ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦਾ ਰੂਪ ਹੋ ਕੇ ਹੀ ਪਹੁੰਚ ਸਕਦਾ। ਤੇ ਉਹਦਾ ਰੂਪ ਉਹ ਆਪ ਹੀ ਮੇਰਾ ਵਾਹਿਗੁਰੂ ਕਿਰਪਾ ਕਰਦਾ, ਆਪਣੇ ਵਿੱਚ ਆਪਣੇ ਪਿਆਰ ਕਰਨ ਵਾਲੇ ਨੂੰ ਅਭੇਦ ਕਰ ਲੈਂਦਾ। ਜਿਹਨੂੰ ਇੰਨੀ ਪ੍ਰੀਤ ਮਹਾਰਾਜ ਸੱਚੇ ਪਾਤਸ਼ਾਹ ਜੀ ਲਾ ਦਿੰਦੇ ਆ ਕਿ ਸਰੀਰ ਦੇ ਇੱਕ ਇੱਕ ਰੋਮ ਜ਼ਬਾਨਾਂ ਬਣ ਜਾਂਦੇ ਆ, ਭਜਨ ਕਰਨ ਲੱਗ ਜਾਂਦੇ ਆ। ਇਹ ਨਾਮ ਦੀ ਜੁਗਤ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੱਸੀ ਹੈ। ਤੇ ਫਿਰ ਇਹਦਾ ਮਹਾਰਾਜ ਨੇ ਵੇਖੋ ਫਲ ਦੱਸਿਆ ਨਾ, ਜੇ ਇੰਨੀ ਪ੍ਰੀਤ ਨਾਲ ਨਾਮ ਜਪੇ ਨਾ ਤੇ ਮਹਾਰਾਜ ਨੇ ਕਿਹਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਫਿਰ ਮਨ ਦੇ ਉੱਤੋਂ ਮੈਲ ਲੱਥਦੀ ਹੈ। ਫਿਰ ਮਹਾਰਾਜ ਜੀ ਕਹਿੰਦੇ ਆ ਮਨ ਸਵੱਛ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ। ਤੇ ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਨਾਸ। ਮਹਾਰਾਜ ਕਹਿੰਦੇ ਪ੍ਰੇਮ ਪਦਾਰਥ ਕੀ ਹੈ? ਨਾਮ ਹੈ। ਵਾਹਿਗੁਰੂ ਦਾ ਨਾਮ ਪ੍ਰੇਮ ਦਾ ਪਦਾਰਥ ਹੈ। ਮਾਇਆ ਦਾ ਮੋਹ ਜਿਹੜਾ ਹੈ ਉਹ ਵਿਨਾਸ਼ਕਾਰੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਖ ਕਾਲ ਸੰਤਾਪੈ। ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਵੈ, ਕਾਲ ਮਾਰਦਾ ਬਾਰ-ਬਾਰ। ਕਾਲ ਦੇ ਜਿਹੜੇ ਆ ਉਹ ਅਧੀਨ ਜੀਵ ਜੰਮਦੇ ਮਰਦੇ ਰਹਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਨਾਮ ਦੇ ਵਿੱਚ ਕੋਈ ਰੰਗਿਆ ਜਾਂਦਾ ਨਾ ਤੇ ਨਾਮ ਰੱਤੇ ਜੋਗ ਜੁਗਤ ਵਿਚਾਰ, ਉਹਨੂੰ ਸਾਰੀਆਂ ਜੋਗ ਦੀਆਂ ਜੁਗਤੀਆਂ ਵੀ ਆ ਜਾਂਦੀਆਂ। ਫਿਰ ਮਹਾਰਾਜ ਕਹਿੰਦੇ ਚੰਗੀ ਕਰਨੀ ਵੀ ਕਮਾ ਲੈਂਦੇ, ਨਾਮ ਰੱਤੇ ਸੱਚ ਕਰਨੀ ਸਾਰ। ਕਿੰਨਾ ਮਹਾਰਾਜ ਨੇ ਨਾਮ ਦੇ ਰੰਗ ਦਾ ਕਿਹਾ, ਨਾਮ ਰੱਤੇ ਗੁਣ ਗਿਆਨ ਵਿਚਾਰ, ਨਾਮ ਤਤ ਸਭ ਹੀ ਸਿਰ ਜਾਪੈ। ਸਾਰੇ ਦੇ ਸਿਰਿਆਂ ਦਾ ਮਹਾਰਾਜ ਕਹਿੰਦੇ ਸਭ ਤੋਂ ਸ਼੍ਰੋਮਣੀ ਸਾਧਨ ਹੈ। ਨਾਮ ਰੱਤੇ ਅਨੰਦਨ ਮਾਤੇ, ਨਾਮੈ ਤੇ ਸੁਖ ਹੋਈ। ਨਾਮ ਦੇ ਨਾਲ ਹੀ ਮਹਾਰਾਜ ਕਹਿੰਦੇ ਸਾਰੇ ਸੁੱਖ ਹਨ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤਰਾਹੇ ਪਤ ਪਵੜੀਆ ਚੜੀਐ ਹੋਏ ਕੀਸ। ਇਸ ਰਾਹ ਤੇ ਚੱਲੀਏ ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਰੂਪ ਹੋ ਜਾਈਦਾ। ਇੱਕ ਇੱਕ ਰੋਮ ਸਿਮਰਨ ਕਰਨ ਲੱਗ ਜਾਂਦਾ। ਰੋਮ ਰੋਮ ਹਰ ਉਚਰੈ, ਖਿਨ ਖਿਨ ਹਰ ਸੋਈ। ਇਹ ਸਾਰੰਗ ਦੀ ਵਾਰ ਵਿੱਚ ਮਹਾਰਾਜ ਕਹਿੰਦੇ ਆ। ਸਤਿਗੁਰੂ ਜੀ ਆਸਾ ਰਾਗ ਵਿੱਚ ਵੀ ਛੰਤਾਂ 'ਚ ਕਹਿੰਦੇ ਆ ਰੋਮੇ ਰੋਮ ਰੋਮ ਰੋਮੇ, ਮੈਂ ਗੁਰਮੁਖ ਰਾਮ ਧਿਆਏ ਰਾਮ। ਮਹਾਰਾਜ ਐਸੀ ਕਿਰਪਾ ਕਰੋ ਕਿ ਅਸੀਂ ਸਾਰੇ ਰੋਮਾਂ ਦੁਆਰਾ ਆਪਦਾ ਭਜਨ ਕਰੀਏ। ਇਹੋ ਜਿਹੀ ਪ੍ਰੀਤ ਲਾ ਦਿਓ। ਜਿਵੇਂ ਕਿਹਾ ਨਾ ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ। ਸੱਚੇ ਪਾਤਸ਼ਾਹ ਮਹਾਰਾਜ ਨਿਤਾ ਪ੍ਰਤੀ ਆਪਦੇ ਜਸ ਨੂੰ ਆਪਣੇ ਮੁਖ ਤੋਂ ਗਾਉਂਦੇ ਰਹੀਏ। ਐਸੀ ਸਾਡੇ ਤੇ ਬਖਸ਼ਿਸ਼ ਕਰੋ। ਤੇ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰੀਸ ਕਰਨੀ ਹੈ ਨਾ, ਉਹ ਰੀਸ ਕਰਨ ਦੇ ਨਾਲ ਪੂਰੇ ਨਹੀਂ ਪਿਆ ਜਾਂਦਾ। ਇਸ ਕਰਕੇ ਕਮਾਈ ਕਰਨੀ ਚਾਹੀਦੀ ਹੈ। ਜਿਹੜਾ ਹੈ ਉਹ ਸਾਧਨ ਕਮਾਉਣੇ ਚਾਹੀਦੇ ਆ। ਵਾਹਿਗੁਰੂ ਦੇ ਨਾਲ ਪਿਆਰ ਪਵੇ। ਜੇ ਨਹੀਂ ਪ੍ਰੀਤ ਪੈਂਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ ਕਿ ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤਿਉ, ਇੱਕ ਤੂੰ ਕਿਉਂ ਨਾ ਮਰੀਜਾ ਰੋਏ, ਜਾ ਲੱਗ ਚਿੱਤ ਨਾ ਆਵੇ। ਕਬੀਰ ਜੀ ਵੀ ਕਹਿੰਦੇ ਆ ਕਿ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਕਿ ਰੋ ਰੋ ਕੇ ਮਰੀਏ ਕਿ ਸਾਡੇ ਵਿੱਚ ਕਿਉਂ ਨਹੀਂ ਪਿਆਰ ਵਾਲੇ ਗੁਣ ਆਉਂਦੇ, ਮਹਾਤਮਾ ਵਾਲੇ ਕਿਉਂ ਨਹੀਂ ਗੁਣ ਆਉਂਦੇ। ਜਿਵੇਂ ਰਸ ਲੈਣ ਵਾਸਤੇ ਕਹਿੰਦੇ ਗੰਨੇ ਨੂੰ ਚੂਸੀ ਦਾ ਨਾ, ਉਹਦੇ 'ਚ ਗੰਢਾਂ ਹੁੰਦੀਆਂ ਭਾਵੇਂ, ਤੇ ਪਰ ਗੰਢਾਂ ਦਾ ਦੋਸ਼ ਨਹੀਂ ਮੰਨੀਦਾ ਤੇ ਫਿਰ ਰਸ ਲਈਦਾ। ਇਸ ਤਰ੍ਹਾਂ ਮਹਾਂਪੁਰਖ ਜਿਹੜੇ ਆ ਨਾਮ ਰਸੀਏ, ਉਹ ਗੰਨੇ ਦੀ ਤਰ੍ਹਾਂ ਉਹਨਾਂ ਦੀ ਸੰਗਤ ਜਿਹੜੀ ਕਰਨੀ ਆ ਨਾ, ਇਹ ਚੂਸਣਾ ਹੈ। ਤੇ ਫਿਰ ਕਹਿੰਦੇ ਆ ਜੇ ਨਹੀਂ ਕੋਈ ਸੰਗਤ ਕਰਦਾ ਤੇ ਅਵਗਣੀ ਆ ਰਿਹਾ ਮਾਨਸ ਹੈ, ਭਲੋ ਨਾ ਕਹੈ ਹੈ ਕੋਈ। ਕੋਈ ਉਹਨਾਂ ਨੂੰ ਭਲਾ ਨਹੀਂ ਕਹਿੰਦਾ, ਚੰਗਾ ਨਹੀਂ ਕਹਿੰਦਾ। ਫਿਰ ਉਹ ਕੂੜੀ ਕੂੜਾ ਠੀਸ ਝੂਠਿਆਂ ਦੀਆਂ ਝੂਠੀਆਂ ਗੱਲਾਂ ਗੱਪਾਂ ਹੀ ਮਾਰਦੇ ਰਹਿੰਦੇ ਆ ਤੇ ਪ੍ਰਾਪਤ ਕੁਛ ਨਹੀਂ ਉਹਨਾਂ ਨੂੰ ਹੁੰਦਾ। ਇਹ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕੀਤੀ ਹੈ।
ਤੇ 32 ਪੌੜੀਆਂ ਆਪਣੀਆਂ ਹੋਈਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਕੱਲ ਅੱਗੇ ਫਿਰ ਆਪਾਂ 33ਵੀਂ ਪੌੜੀ ਦਾ ਪਾਠ ਸੰਥਿਆ ਅਤੇ ਅਰਥ ਸਰਵਣ ਕਰਾਂਗੇ। ਮਹਾਰਾਜ ਮਿਹਰ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਸੁਣ ਗੱਲਾਂ ਆਕਾਸ ਕੀ, ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।